फ्रेंड्स इस वीडियो ਲੈਕਚਰ ਵਿੱਚ ਆਪਾਂ 12th ਕਲਾਸ ਦੀ ਵਿਸਤਾਸ ਬੁੱਕ ਦੇ 5th ਚੈਪਟਰ ਨੂੰ ਡਿਸਕਸ ਕਰਾਂਗੇ ਜਿਸ ਦਾ ਨਾਮ ਹੈ ਸ਼ੁੱਡ ਵਿਜ਼ਰਡ ਹਿਟ ਮਮੀ। ਇਹ ਚੈਪਟਰ ਜੌਹਨ ਅਪਡਾਈਕ ਦੁਆਰਾ ਲਿਖਿਆ ਗਿਆ ਹੈ। ਇਹਨਾਂ ਦਾ ਇੱਕ ਪੂਰਾ ਨੋਵਲ ਸੀਰੀਜ਼ ਵੀ ਹੈ ਜਿਸ ਦੇ ਲਈ ਇਹਨਾਂ ਨੂੰ 2 ਵਾਰ ਪੁਲਿਜ਼ਾ ਪ੍ਰਾਈਜ਼ ਵੀ ਮਿਲੇ। ਯੂਐਸ ਵਿੱਚ ਇਹ ਪ੍ਰਾਈਜ਼ ਜੋ ਹੈ ਬਹੁਤ ਹੀ ਪਪੂਲਰ ਪ੍ਰਾਈਜ਼ ਹੈ ਅਤੇ ਇਹ ਜਰਨਲਿਜ਼ਮ, ਮਿਊਜ਼ਿਕ ਤੇ ਲਿਟਰੇਚਰ ਲਈ ਦਿੱਤਾ ਜਾਂਦਾ ਹੈ। ਉਸ ਤੋਂ ਇਲਾਵਾ ਉਹ ਅਮਰੀਕਾ ਦੇ ਇੱਕ ਆਮ ਆਦਮੀ ਸੀ ਜੋ ਕਿ ਇੱਕ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੇ ਸੀ। ਪੋਮਸ, ਨੋਵਲਸ, ਸਟੋਰੀਜ਼ ਬਹੁਤ ਕੁਝ ਉਹਨਾਂ ਨੇ ਲਿਖਿਆ। ਇਹਨਾਂ ਦੇ ਪਾਪਾ ਇੱਕ ਟੀਚਰ ਸੀ ਅਤੇ ਮਦਰ ਇੱਕ ਰਾਈਟਰ ਸੀ। ਇੱਕ ਬਹੁਤ ਹੀ ਵਧੀਆ ਆਰਟਿਸਟ ਵੀ ਸਨ ਇਹ ਤੇ ਇਹਨਾਂ ਦੀ ਕਲਾਕਾਰੀ ਤੁਹਾਨੂੰ ਇਸ ਚੈਪਟਰ ਵਿੱਚ ਦਿਸੇਗੀ। ਬਹੁਤ ਹੀ ਵਧੀਆ ਡਿਸਕ੍ਰਿਪਸ਼ਨ ਹੈ ਇਸ ਵਿੱਚ ਤੇ ਬੜੀ ਹੀ ਵਧੀਆ ਲੈਂਗੁਏਜ ਯੂਜ਼ ਕੀਤੀ ਗਈ ਹੈ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਮਿਸਟਰ ਜੌਹਨ ਅਪਡਾਈਕ ਇੱਕ ਆਮ ਕਿਸਮ ਦੇ ਆਦਮੀ ਸੀ ਤੇ ਇਹੀ ਸਭ ਕੁਝ ਉਹ ਆਪਣੀਆਂ ਕਹਾਣੀਆਂ ਵਿੱਚ ਦਿਖਾਉਂਦੇ ਹਨ। ਇਹਨਾਂ ਦੀਆਂ ਕਹਾਣੀਆਂ ਵਿੱਚ ਤੁਹਾਨੂੰ ਅਮਰੀਕਾ ਦੀ ਮਿਡਲ ਕਲਾਸ ਲਾਈਫ ਬਾਰੇ ਪਤਾ ਲੱਗੇਗਾ ਕਿ ਇੱਕ ਮਿਡਲ ਕਲਾਸ ਆਦਮੀ ਕਿਸ ਤਰ੍ਹਾਂ ਦਾ ਹੁੰਦਾ ਸੀ, ਕਿਹੋ ਜਿਹਾ ਉਹਨਾਂ ਦਾ ਰਹਿਣ ਸਹਿਣ ਹੁੰਦਾ ਸੀ ਉਸ ਸਮੇਂ। ਇਹਨਾਂ ਦਾ ਜਨਮ 18 ਮਾਰਚ 1932 ਵਿੱਚ ਹੋਇਆ ਸੀ ਤੇ ਮੌਤ ਇਹਨਾਂ ਦੀ 2009 ਵਿੱਚ ਹੋ ਗਈ ਸੀ। ਇਸ ਸਟੋਰੀ ਵਿੱਚ ਜੋ ਆਪਾਂ ਪੜਾਂਗੇ ਸ਼ਾਇਦ ਇਹ ਸਭ ਕੁਝ ਇਹਨਾਂ ਨੇ ਆਪਣੇ ਸਮੇਂ ਵਿੱਚ ਫੇਸ ਕੀਤਾ ਹੋਵੇਗਾ। ਤੁਸੀਂ ਤੇ ਮੈਂ ਸ਼ਾਇਦ ਫੇਸ ਕਰ ਚੁੱਕੇ ਹਾਂ ਤੇ ਆਉਣ ਵਾਲੇ ਬੱਚੇ ਵੀ ਸ਼ਾਇਦ ਇਸ ਨੂੰ ਫੇਸ ਕਰਨਗੇ। ਇਹ ਹੈ ਪੇਰੈਂਟਸ ਤੇ ਉਸਦੇ ਬੱਚੇ ਦੇ ਵਿਚਲਾ ਜੋ ਰਿਲੇਸ਼ਨ ਹੈ ਉਸ ਨੂੰ ਡਿਸਕ੍ਰਾਈਬ ਕੀਤਾ ਗਿਆ ਹੈ। ਜਿਵੇਂ ਇੱਕ ਬੱਚਾ ਆਪਣੇ ਪੇਰੈਂਟਸ ਨੂੰ ਬਚਪਨ ਵਿੱਚ ਹਜ਼ਾਰਾਂ ਹੀ ਸਵਾਲ ਕਰਦਾ ਹੈ। ਕਈ ਵਾਰ ਇਹਨਾਂ ਸਵਾਲਾਂ ਦਾ ਜਵਾਬ ਪੇਰੈਂਟਸ ਕੋਲ ਨਹੀਂ ਹੁੰਦਾ ਤੇ ਜੇਕਰ ਹੁੰਦਾ ਵੀ ਹੈ ਤਾਂ ਕਈ ਵਾਰ ਉਹ ਉਹ ਦੱਸਣਾ ਨਹੀਂ ਚਾਹੁੰਦੇ ਹੁੰਦੇ, ਉਹਨਾਂ ਦਾ ਕੋਈ ਆਨਸਰ ਨਹੀਂ ਦੇਣਾ ਚਾਹੁੰਦੇ ਹੁੰਦੇ। ਉਸ ਸਥਿਤੀ ਵਿੱਚ ਉਹ ਕਈ ਵਾਰ ਬੱਚਿਆਂ ਨੂੰ ਡਾਂਟ ਵੀ ਦਿੰਦੇ ਹਨ ਕਿ ਅਸੀਂ ਵੱਡੇ ਹਾਂ, ਸਾਡੀ ਗੱਲ ਚੁੱਪਚਾਪ ਮੰਨ ਲਓ। ਇਸ ਚੈਪਟਰ ਵਿੱਚ ਵੀ ਇੱਕ ਛੋਟੀ ਜਿਹੀ ਬੱਚੀ ਹੈ ਜੋ ਤੇ ਉਸਦੇ ਪਾਪਾ ਹਨ ਜੈਕ। ਬੱਚੀ ਦਾ ਨਾਮ ਜੋ ਹੈ ਅਤੇ ਉਸਦੇ ਪਾਪਾ ਦਾ ਨਾਮ ਕੀ ਹੈ? ਜੈਕ। ਇਹ ਪੂਰਾ ਦ੍ਰਿਸ਼ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਜੋ ਵਾਰ-ਵਾਰ ਸਵਾਲ ਕਰਦੀ ਹੈ ਤੇ ਉਸਦੇ ਪਾਪਾ ਕਿਵੇਂ ਜਵਾਬ ਦਿੰਦੇ ਹਨ। ਬਹੁਤ ਸਾਰੇ ਕੁਐਸਚਨ ਵੀ ਰੇਜ਼ ਹੋਣਗੇ ਇਸ ਚੈਪਟਰ ਵਿੱਚ ਕਿ ਪੇਰੈਂਟਸ ਨੂੰ ਬੱਚਿਆਂ ਦੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ ਜਾਂ ਉਹਨਾਂ ਦੇ ਰੀਜ਼ਨਸ ਦੱਸਣੇ ਚਾਹੀਦੇ ਹਨ ਜਾਂ ਆਪਣੀ ਅਥਾਰਟੀ ਉਹਨਾਂ ਤੇ ਥੋਪਣੀ ਚਾਹੀਦੀ ਹੈ ਕਿ ਜੋ ਪੇਰੈਂਟਸ ਕਹਿੰਦੇ ਹਨ ਉਹ ਠੀਕ ਹੈ। ਇਹ ਸਭ ਕੁਝ ਆਪਾਂ ਇਸ ਚੈਪਟਰ ਵਿੱਚ ਜਾਣਾਂਗੇ। ਚਲੋ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਸਿੱਧੇ ਚੈਪਟਰ ਤੇ ਹੀ ਚੱਲਦੇ ਹਾਂ ਤੇ ਦੇਖਦੇ ਹਾਂ ਕਿ ਉੱਥੇ ਕੀ ਕੁਝ ਹੁੰਦਾ ਹੈ। ਇਨ ਦਾ ਈਵਨਿੰਗ ਐਂਡ ਫॉर ਸੈਚਰਡੇ ਨੈਪਸ, ਸ਼ਾਮ ਨੂੰ ਅਤੇ ਸੈਚਰਡੇ ਨੈਪਸ ਨੂੰ, ਨੈਪ ਕੀ ਹੁੰਦੀ ਹੈ? ਇੱਕ ਝਪਕੀ ਲੈਣਾ, ਥੋੜੀ ਜਿਹੀ ਨੀਂਦ ਲੈਣਾ, ਉਸਨੂੰ ਨੈਪਸ ਕਹਿੰਦੇ ਹਨ। ਲਾਈਕ 2 days, ਜਿਵੇਂ ਕਿ ਅੱਜ ਸੈਚਰਡੇ ਦਾ ਹੀ ਦਿਨ ਹੈ। ਜੈਕ ਟੋਲਡ ਹਿਸ ਡਾਟਰ ਜੋ ਅ ਸਟੋਰੀ ਆਊਟ ਆਫ ਹਿਸ ਹੈਡ। ਜੈਕ ਨੇ ਕੀ ਸੁਣਾਈ? ਜੋ ਨੂੰ, ਆਪਣੀ ਬੇਟੀ ਨੂੰ ਇੱਕ ਕਹਾਣੀ ਸੁਣਾਈ ਆਪਣੇ ਆਊਟ ਆਫ ਹਿਸ ਹੈਡ। ਕੀ ਹੈ? ਆਪਣੇ ਦਿਮਾਗ ਦੇ ਵਿੱਚ ਉਸਨੇ ਜੋ ਕਹਾਣੀ ਬਣਾਈ ਸੀ ਜੈਕ ਨੇ, ਉਹ ਆਪਣੀ ਬੇਟੀ ਜੋ ਨੂੰ ਸੁਣਾਈ। ਦਿਸ ਕਸਟਮ ਬਿਗਨ ਵੈਨ ਸ਼ੀ ਵਾਜ਼ 2। ਇਹ ਜੋ ਸਟੋਰੀ ਸੁਣਾਉਣ ਦਾ ਰਿਵਾਜ ਸੀ ਕਦ ਸ਼ੁਰੂ ਹੋਇਆ? ਜਦੋਂ 2 ਸਾਲ ਦੀ ਸੀ, ਉਦੋਂ ਤੋਂ ਉਸਦੇ ਪਾਪਾ ਉਸਨੂੰ ਸਟੋਰੀ ਸੁਣਾਉਂਦੇ ਆ ਰਹੇ ਸਨ। ਵਾਜ਼ ਇਟਸੈਲਫ ਨਾਓ ਨੀਅਰਲੀ 2 years old, ਅਤੇ ਲਗਭਗ ਇਹ ਸਟੋਰੀ ਸੁਣਾਉਣ ਦਾ ਜੋ ਰਿਵਾਜ ਸੀ ਇਹਨਾਂ ਦੇ ਘਰ ਵਿੱਚ ਇਹ 2 ਸਾਲ ਹੋ ਗਏ ਸਨ ਇਸ ਨੂੰ ਚੱਲਦੇ ਨੂੰ। ਤੇ ਉਸ ਸਮੇਂ ਉਹ ਬੇਟੀ 2 ਸਾਲ ਦੀ ਸੀ ਤੇ ਹੁਣ ਕਿੰਨੇ ਸਾਲ ਦੀ ਹੋ ਗਈ ਫਿਰ? ਉਹ 4 ਸਾਲ ਦੀ। ਐਂਡ ਹਿਸ ਹੈਡ ਫੈਲਟ ਐਮਪਟੀ, ਤੇ ਹੁਣ ਜੈਕ ਦਾ ਸਿਰ ਸੀ ਜੋ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਖਾਲੀ ਹੀ ਹੋ ਗਿਆ ਹੋਵੇ। ਹੁਣ ਇਹ ਤਾਂ ਕਲੀਅਰ ਹੀ ਹੈ ਕਿ ਪੇਰੈਂਟਸ ਆਪਣੇ ਮਾਈਂਡ ਦੇ ਵਿੱਚੋਂ ਕਿੰਨੀਆਂ ਕੁ ਕਹਾਣੀਆਂ ਸੁਣਾ ਦੇਣਗੇ ਤੇ ਜੈਕ ਵੀ ਇੱਕ ਮਨਘੜਤ ਕਹਾਣੀ ਹੀ ਜੋ ਨੂੰ ਸੁਣਾ ਦਿੰਦੇ ਸਨ। ਈਚ ਨਿਊ ਸਟੋਰੀ ਵਾਜ਼ ਅ ਸਲਾਈਟ ਵੇਰੀਏਸ਼ਨ ਆਫ ਦਾ ਬੇਸਿਕ ਟੇਲ। ਹਰ ਇੱਕ ਨਵੀਂ ਕਹਾਣੀ ਜੋ ਜੈਕ ਸੁਣਾਉਂਦੇ ਸਨ ਉਹ ਬੇਸਿਕ ਟੇਲ ਦੀ ਇੱਕ ਥੋੜਾ ਜਿਹਾ ਵੇਰੀਏਸ਼ਨ ਹੀ ਹੁੰਦਾ। ਜੋ ਮੇਨ ਕਹਾਣੀ ਪਹਿਲੇ ਦਿਨ ਸੁਣਾਈ ਹੁੰਦੀ, ਪਹਿਲੇ ਸੈਚਰਡੇ ਨੂੰ ਸੁਣਾਈ ਹੁੰਦੀ, ਅਗਲੇ ਸੈਚਰਡੇ ਨੂੰ ਕੀ ਹੈ ਉਸ ਵਿੱਚ ਥੋੜਾ ਜਿਹਾ ਫਰਕ ਕਰਕੇ ਜੈਕ ਸਟੋਰੀ ਸੁਣਾ ਦਿੰਦੇ ਸਨ। ਆ ਸਮਾਲ ਕ੍ਰੀਚਰ, ਇੱਕ ਛੋਟਾ ਜੀਵ ਹੁੰਦਾ ਉਸ ਵਿੱਚ, ਯੂਜ਼ਲੀ ਨੇਮਡ ਰੋਜ਼ਰ। ਉਸਦਾ ਨਾਮ ਕੀ ਹੁੰਦਾ? ਰੋਜ਼ਰ। ਕਈ ਵਾਰ ਰੋਜ਼ਰ ਫਿਸ਼ ਹੁੰਦਾ ਜਾਂ ਰੋਜ਼ਰ ਸਕੁਐਰਲ, ਰੋਜ਼ਰ ਚਿਪਮੰਕ, ਇਸ ਤਰ੍ਹਾਂ ਸਿਰਫ ਅੱਗੇ ਨਾਮ ਚੇਂਜ ਹੁੰਦਾ, ਅੱਗੇ ਕੀ ਲੱਗਦਾ ਹੁੰਦਾ ਸੀ? ਰੋਜ਼ਰ। Had some problem and went with it
to the wise old owl। ਉਸ ਰੋਜ਼ਰ ਨੂੰ ਕੀ ਹੈ, ਇੱਕ ਪ੍ਰੋਬਲਮ ਹੁੰਦੀ ਸੀ ਅਤੇ ਉਸ ਤੋਂ ਬਾਅਦ ਉਹ ਆਪਣੀ ਪ੍ਰੋਬਲਮ ਨੂੰ ਲੈ ਕੇ ਇੱਕ ਸਿਆਣੇ ਉੱਲੂ ਦੇ ਕੋਲ ਜਾਂਦਾ ਹੁੰਦਾ ਸੀ। ਸਿਆਣੇ ਬੁੱਢੇ ਉੱਲੂ ਦੇ ਕੋਲ ਜਾਂਦਾ। The owl told him to go to the wizard। ਤੇ ਆਉਲ ਉਸਨੂੰ ਕੀ ਰਾਏ ਦਿੰਦਾ ਸੀ? ਜਾਦੂਗਰ ਕੋਲ ਜਾਣ ਦੀ। ਵਿਜ਼ਰਡ ਕਿਸ ਨੂੰ ਕਹਿੰਦੇ ਆ ਅਸੀਂ? ਮੈਜੀਸ਼ੀਅਨ ਨੂੰ, ਜਾਦੂਗਰ ਨੂੰ। ਐਂਡ the wizard performed a magic spell। ਅਤੇ ਜੋ ਜਾਦੂਗਰ ਹੁੰਦਾ ਉਹ ਇੱਕ ਮੈਜਿਕ ਦੇ ਸ਼ਬਦ ਬੋਲਦਾ that solved the problem। ਅਤੇ ਪ੍ਰੋਬਲਮ ਨੂੰ ਸੋਲਵ ਕਰ ਦਿੰਦਾ। demanding in payment ਦੇ ਵਿੱਚ ਉਹ ਕੀ ਡਿਮਾਂਡ ਕਰਦਾ? a number of pennies। ਬਹੁਤ ਸਾਰੀਆਂ ਪੈਨੀਜ਼ ਉਹ ਡਿਮਾਂਡ ਕਰਦਾ। ਆਪਣਾ ਜੋ ਉਹ ਪ੍ਰੋਬਲਮ ਨੂੰ ਸੋਲਵ ਕਰਦਾ ਸੀ, ਇਸ ਦੇ ਬਦਲੇ ਉਹ ਬਹੁਤ ਸਾਰੀਆਂ ਪੈਨੀਜ਼ ਡਿਮਾਂਡ ਕਰਦਾ ਸੀ। ਪੈਨੀ ਕੀ ਹੁੰਦੀ ਹੈ? ਅਮਰੀਕਾ ਦੇ ਵਿੱਚ ਇਹ ਜਿਵੇਂ $1 ਹੁੰਦਾ ਹੈ, ਡਾਲਰ ਦੇ ਵਿੱਚ ਕੀ ਹੁੰਦੇ ਆ? 100 ਸੈਂਟ ਹੁੰਦੇ ਆ। ਤੇ 1 ਸੈਂਟ ਕੀ ਹੈ? 1 ਪੈਨੀ ਦੇ ਬਰਾਬਰ ਹੈ। ਆਪਣੇ ਜਿਵੇਂ 1 ਰੁਪਈਏ ਦੇ ਵਿੱਚ 100 ਪੈਸੇ ਹੁੰਦੇ ਆ, ਅਮਰੀਕਾ ਦੇ ਵਿੱਚ $1 ਦੇ ਵਿੱਚ 100 ਸੈਂਟਸ ਹੁੰਦੇ ਆ, ਤੇ 1 ਸੈਂਟ 1 ਪੈਨੀ ਦੇ ਬਰਾਬਰ ਹੀ ਹੁੰਦਾ ਹੈ। ਇਸ ਤਰ੍ਹਾਂ ਕੀ ਹੈ, ਜੋ ਇਹ ਜਾਦੂਗਰ ਸੀ, ਮੈਜੀਸ਼ੀਅਨ ਸੀ, ਉਹ ਕੀ ਹੈ, ਉਸ ਤੋਂ 100 ਪੈਨੀਜ਼ ਦੀ ਡਿਮਾਂਡ ਕਰਦਾ ਸੀ। ਪੈਨੀਜ਼ ਕਿੰਨੀਆਂ? ਜਿੰਨੀਆਂ ਉਸਦੇ ਕੋਲ ਹੁੰਦੀਆਂ ਸੀ ਉਸ ਤੋਂ ਜ਼ਿਆਦਾ ਦੀ ਡਿਮਾਂਡ ਕਰਦਾ ਸੀ। ਡਿਮਾਂਡਿੰਗ ਇਨ ਪੇਮੈਂਟ ਏ ਨੰਬਰ ਆਫ ਪੈਨੀਜ਼ ਗ੍ਰੇਟਰ ਦੈਨ ਦਾ ਨੰਬਰ ਦੈਟ ਰੋਜ਼ਰ ਕ੍ਰੀਚਰ ਹੈਡ। ਉਸ ਤੋਂ ਜ਼ਿਆਦਾ ਪੈਨੀਜ਼ ਦੀ ਡਿਮਾਂਡ ਕਰ ਲੈਂਦਾ ਜਿੰਨੀਆਂ ਉਸ ਰੋਜ਼ਰ ਕ੍ਰੀਚਰ ਕੋਲ ਹੁੰਦੀਆਂ ਸੀ, ਉਸ ਤੋਂ ਕਿਤੇ ਜ਼ਿਆਦਾ ਮੰਗ ਲੈਂਦਾ। ਬਟ ਇਨ ਦਾ ਸੇਮ ਬ੍ਰੈਥ, ਪਰ ਉਸੇ ਹੀ ਸਾਹ, ਉਸੇ ਹੀ ਪਲ, ਡਾਇਰੈਕਟਿੰਗ ਦਾ ਐਨੀਮਲ ਟੂ ਅ ਪਲੇਸ, ਉਸੇ ਹੀ ਸਮੇਂ ਉਹ ਉਸ ਐਨੀਮਲ ਨੂੰ ਇੱਕ ਪਲੇਸ ਵੀ ਦੱਸ ਦਿੰਦਾ, ਇੱਕ ਜਗ੍ਹਾ ਵੀ ਦੱਸ ਦਿੰਦਾ ਵੇਅਰ ਦਾ ਐਕਸਟਰਾ ਪੈਨੀਜ਼ ਕੁਡ ਬੀ ਫਾਊਂਡ, ਜਿੱਥੇ ਉਹ ਐਕਸਟਰਾ ਪੈਨੀਜ਼ ਉਸਨੂੰ ਮਿਲ ਸਕਦੀਆਂ ਸਨ। ਦੈਨ ਰੋਜ਼ਰ ਵਾਜ਼ ਸੋ ਹੈਪੀ, ਫਿਰ ਉਹ ਜੋ ਰੋਜ਼ਰ ਹੁੰਦਾ ਸੀ ਉਹ ਬਹੁਤ ਜ਼ਿਆਦਾ ਖੁਸ਼ ਹੋ ਜਾਂਦਾ। ਹੀ ਪਲੇਡ ਮੈਨੀ ਗੇਮਸ ਵਿਦ ਅਦਰ ਕ੍ਰੀਚਰਸ, ਉਹ ਹੋਰ ਜੀਵਾਂ ਦੇ ਨਾਲ ਬਹੁਤ ਸਾਰੀਆਂ ਗੇਮਸ ਖੇਡਦਾ। ਐਂਡ ਵੈਂਟ ਹੋਮ ਟੂ ਹਿਜ਼ ਮਦਰ ਜਸਟ ਇਨ ਟਾਈਮ ਟੂ ਹੀਅਰ ਦਾ ਟ੍ਰੇਨ ਵਿਸਲ, ਅਤੇ ਉਹ ਕਿੱਥੇ ਚਲਾ ਜਾਂਦਾ? ਆਪਣੀ ਮਦਰ ਦੇ ਕੋਲ ਚਲਾ ਜਾਂਦਾ, ਜਸਟ ਇਨ ਟਾਈਮ ਟੂ ਹੀਅਰ ਦਾ ਟ੍ਰੇਨ ਵਿਸਲ, ਬਿਲਕੁਲ ਉਸੇ ਸਮੇਂ ਪਹੁੰਚ ਜਾਂਦਾ ਘਰ ਉਹ ਜਦ ਉਸਨੂੰ ਟ੍ਰੇਨ ਦੀ ਵਿਸਲ ਸੁਣਾਈ ਦਿੰਦੀ। that brought his daddy home from Boston। ਜੋ ਟ੍ਰੇਨ ਕੀ ਹੈ, ਉਸ ਰੋਜ਼ਰ ਦੇ ਡੈਡੀ ਨੂੰ ਬੋਸਟਨ ਤੋਂ ਲੈ ਕੇ ਆਉਂਦੀ ਸੀ, ਕਿਉਂਕਿ ਉਸ ਡੈਡੀ ਉਸਦਾ ਰੋਜ਼ਰ ਦਾ ਕਿੱਥੇ ਕੰਮ ਕਰਦਾ ਸੀ? ਬੋਸਟਨ ਵਿੱਚ। ਅਤੇ ਜਦ ਇਹ ਰੋਜ਼ਰ ਘਰੇ ਪਹੁੰਚਦਾ, ਇਸਨੂੰ ਇੱਕ ਟ੍ਰੇਨ ਦੀ ਵਿਸਲ ਸੁਣਾਈ ਦਿੰਦੀ, ਜਿਸ ਟ੍ਰੇਨ ਉੱਤੇ ਕੀ ਹੈ, ਉਸ ਰੋਜ਼ਰ ਦੇ ਡੈਡੀ ਘਰ ਆ ਜਾਂਦੇ। ਉਸ ਤੋਂ ਅੱਗੇ ਜੈਕ ਡਿਸਕ੍ਰਾਈਬ ਦੇਅਰ ਸਫਰ, ਫਿਰ ਕੀ ਹੈ, ਜੈਕ ਉਸ ਤੋਂ ਬਾਅਦ ਆਪਣਾ ਕਹਾਣੀ ਸੁਣਾਉਂਦੇ ਕੀ ਹੈ, ਉਸ ਤੋਂ ਬਾਅਦ ਆਪਣਾ ਜੋ ਸਫ਼ਰ ਹੁੰਦਾ ਰਾਤ ਦਾ ਖਾਣਾ ਡਿਸਕ੍ਰਾਈਬ ਕਰਦੇ ਕਿ ਅੱਜ ਆਪਾਂ ਕੀ ਖਾਣ ਵਾਲੇ ਹਾਂ। ਐਂਡ ਦਾ ਸਟੋਰੀ ਵਾਜ਼ ਓਵਰ, ਤੇ ਇੰਨੇ ਵਿੱਚ ਕੀ ਹੈ, ਸਟੋਰੀ ਖਤਮ ਹੋ ਜਾਂਦੀ। ਵਰਕਿੰਗ ਹਿਜ਼ ਵੇ ਥਰੂ ਦਿਸ ਸਕੀਮ ਵਾਜ਼ ਸਪੈਸ਼ਲੀ ਫੈਟੀਗਿਊ ਔਨ ਸੈਚਰਡੇ। ਹੁਣ ਇਸ ਸਕੀਮ ਉੱਤੇ ਕੰਮ ਕਰਨਾ ਕਿ ਹਰ ਸੈਚਰਡੇ ਨੂੰ ਜੋ ਉਹਨੂੰ ਇੱਕ ਸਟੋਰੀ ਸੁਣਾਉਣੀ ਹੁੰਦੀ ਸੀ, ਇਹ ਹੁਣ ਕਾਫੀ ਕੀ ਹੈ, ਥਕਾਉਣ ਵਾਲਾ ਕੰਮ ਬਣ ਗਿਆ ਸੀ। ਫੈਟੀਗਿਊ ਕੀ ਹੁੰਦਾ? ਥਕਾਉਣਾ। ਬਿਕੋਜ਼ ਜੋ ਨੈਵਰ ਫੈਲ ਅਸਲੀਪ ਇਨ ਨੈਪਸ, ਕਿਉਂਕਿ ਜੋ ਹੁਣ ਝਪਕੀਆਂ ਦੇ ਵਿੱਚ ਸੌਂਦੀ ਨਹੀਂ ਸੀ। ਹੁਣ ਉਹ ਉਸ ਤੇ ਕਹਾਣੀਆਂ ਦਾ ਸ਼ਾਇਦ ਕੋਈ ਅਸਰ ਨਾ ਹੁੰਦਾ, ਹੁਣ ਜੋ ਉਹਨੂੰ ਨੀਂਦ ਨਹੀਂ ਆਉਂਦੀ ਸੀ। ਐਂਡ ਨੋਇੰਗ ਦਿਸ ਮੇਡ ਦਾ ਰਾਈਟ ਸੀਮ ਫਰਟਾਈਲ, ਫਿਊਟਾਈਲ, ਅਤੇ ਇਸ ਤਰ੍ਹਾਂ ਕੀ ਹੁੰਦਾ, ਇਹ ਜਿਵੇਂ ਰਿਵਾਜ ਸੀ, ਇੱਕ ਰਾਈਟ ਸੀ, ਰਿਵਾਜ ਸੀ, ਇਹ ਬਿਲਕੁਲ ਬੇਕਾਰ ਜਿਹਾ ਹੀ ਲੱਗਣ ਲੱਗ ਗਿਆ, ਇਸ ਦਾ ਕੋਈ ਫਾਇਦਾ ਹੁਣ ਨਹੀਂ ਲੱਗਦਾ ਸੀ। ਦ ਲਿਟਲ ਗਰਲ ਨਾਟ ਸੋ ਲਿਟਲ ਐਨੀ ਮੋਰ, ਹੁਣ ਇੰਨੀ ਛੋਟੀ ਵੀ ਨਹੀਂ ਰਹੀ ਸੀ ਉਹ ਛੋਟੀ ਲੜਕੀ। ਦ ਬੰਪਸ ਹਰ ਫੀਟ, ਬੰਪਸ ਕੀ ਹੁੰਦੇ ਆ? ਪੈਰ ਸਾਡੇ। ਬੰਪਸ ਹਰ ਫੀਟ ਮੇਡ ਅੰਡਰ ਦਾ ਕਵਰਸ ਵਰ ਹਾਫ ਵੇ ਡਾਊਨ ਦਾ ਬੈਡ। ਬੰਪਸ ਅਸਲ ਵਿੱਚ ਕਿਸ ਚੀਜ਼ ਨੂੰ ਕਹਿੰਦੇ ਆ ਆਪਾਂ? ਜਦ ਆਪਾਂ ਕੋਈ ਚਾਦਰ ਲੈ ਕੇ ਪਏ ਹੁੰਨੇ ਆ ਤੇ ਆਪਣੇ ਪੈਰ ਚਾਦਰ ਨੂੰ ਉੱਚਾ ਉਠਾ ਦਿੰਦੇ ਹਨ, ਤਾਂ ਉਸਨੂੰ ਕੀ ਕਹਿੰਦੇ ਹਨ? ਬੰਪਸ ਕਹਿੰਦੇ ਹਨ। ਉਸਦੇ ਪੈਰ ਜੋ ਸਨ, ਬੰਪਸ ਹਰ ਫੀਟ ਮੇਡ ਅੰਡਰ ਦਾ ਕਵਰਸ, ਜੋ ਕੀ ਹੈ, ਚਾਦਰ ਦੇ ਥੱਲੇ ਦੀ ਉਹ ਉੱਚੇ ਉੱਠੇ ਹੁੰਦੇ ਸਨ। ਵਰ ਹਾਫ ਵੇ ਡਾਊਨ ਦਾ ਬੈਡ, ਅਤੇ ਉਹ ਬੈੱਡ ਤੋਂ ਅੱਧੇ ਹੇਠਾਂ ਵੱਲ ਲਟਕ ਰਹੇ ਹੁੰਦੇ ਸਨ। ਦੇਅਰ ਬਿਗ ਡਬਲ ਬੈਡ ਦੈਟ ਦੇ ਲੈਟ ਹਰ ਬੀ ਇਨ ਫॉर ਨੈਪਸ, ਉਹਨਾਂ ਦਾ ਵੱਡਾ ਡਬਲ ਬੈੱਡ ਜੋ ਸੀ, ਜਿਸ ਵਿੱਚ ਕੀ ਹੈ, ਉਹ ਉਸਨੂੰ ਆਉਣ ਦੇ ਦਿੰਦੇ ਸੀ ਨੈਪਸ ਦੇ ਲਈ,
ਝਪਕੀ ਲੈਣ ਦੇ ਲਈ, ਸੌਣ ਦੇ ਲਈ। ਜੋ ਜੈਕ ਸਨ ਤੇ ਉਹਨਾਂ ਦੀ ਵਾਈਫ ਸੀ, ਜਾਣੀ ਕਿ ਜੋ ਦੀ ਮਦਰ ਸੀ, ਇਹ ਕੀ ਹੈ ਜੋ ਨੂੰ ਕੀ ਆ ਆਪਣੇ ਬੈੱਡ ਉੱਪਰ ਲੈ ਆਉਂਦੇ ਸੀ ਜਦ ਉਸਨੂੰ ਕੋਈ ਸਟੋਰੀਜ਼ ਵਗੈਰਾ ਸੁਣਾਉਂਦੇ ਸੀ ਜਾਂ ਉਸਨੇ ਸੌਣਾ ਹੁੰਦਾ ਸੀ। ਐਂਡ ਵੈਨ ਸ਼ੀ ਵਾਜ਼ ਸਿਕ, ਜਾਂ ਉਹ ਜਦ ਬਿਮਾਰ ਹੁੰਦੀ ਸੀ, ਉਸਨੂੰ ਕੀ ਹੈ ਆਪਣੇ ਬੈੱਡ ਉੱਪਰ ਉਹ ਲੈ ਆਉਂਦੇ ਸਨ। ਹੈਡ ਐਟ ਲਾਸਟ ਅਰੇਂਜਡ ਹਰਸੈਲਫ, ਹੁਣ ਕੀ ਹੈ ਉਹ ਉਸ ਬੈੱਡ ਉੱਪਰ ਆ ਗਈ ਸੀ। ਐਂਡ ਫਰੋਮ ਦਾ ਵੇ ਹਰ ਫੈਟ ਫੇਸ ਡੀਪ ਇਨ ਦਾ ਪਿੱਲੋ ਸ਼ੋਨ ਇਨ ਦਾ ਸਨਲਾਈਟ, ਅਤੇ ਜਿਸ ਢੰਗ ਨਾਲ ਕੀ ਹੈ ਉਸਦਾ ਜੋ ਫੈਟ ਫੈਟ ਫੇਸ, ਉਸਦਾ ਭਾਰਾ ਚਿਹਰਾ ਸੀ ਜੋ ਦਾ ਡੀਪ ਇਨ ਦਾ ਪਿੱਲੋ, ਪਿੱਲੋ ਦੇ ਉੱਪਰ ਟਿਕਿਆ ਹੋਇਆ ਸੀ, ਸਿਰਹਾਣੇ ਦੇ ਉੱਪਰ ਟਿਕਿਆ ਹੋਇਆ ਸੀ ਹੁਣ। ਸ਼ੋਨ ਇਨ ਦਾ ਸਨਲਾਈਟ, ਅਤੇ ਸੂਰਜ ਦੀ ਰੋਸ਼ਨੀ ਵਿੱਚ ਉਹ ਚਮਕ ਰਿਹਾ ਸੀ। ਸ਼ਿਫਟਿੰਗ ਥਰੂ ਦਾ ਡਰਾਨ ਸ਼ੇਡਸ, ਜੋ ਕੀ ਹੈ ਛਣਕੇ ਆ ਰਹੀ ਸੀ। ਸ਼ਿਫਟਿੰਗ ਕੀ ਹੁੰਦਾ, ਛਣਕੇ ਆ ਰਹੀ ਸੀ। ਥਰੂ ਦਾ ਡਰਾਨ ਸ਼ੇਡਸ, ਬੰਦ ਹੋਏ ਪਰਦਿਆਂ ਦੇ ਵਿੱਚੋਂ ਦੀ ਜੋ ਰੋਸ਼ਨੀ, ਸੂਰਜ ਦੀ ਰੋਸ਼ਨੀ ਛਣਕੇ ਆ ਰਹੀ ਸੀ, ਜੋ ਦੇ ਚਿਹਰੇ ਉੱਪਰ ਉਹ ਪੈ ਰਹੀ ਸੀ, ਅਤੇ ਜੋ ਦਾ ਚਿਹਰਾ ਕੀ ਹੈ ਚਮਕ ਰਿਹਾ ਸੀ। ਇਟ ਡਿਡ ਨਾਟ ਸੀਮ ਫੈਂਟੈਸਟਿਕ ਦੈਟ ਸਮ ਮੈਜਿਕ ਵੁੱਡ ਅਕਰ, ਇਸ ਤਰ੍ਹਾਂ ਨਹੀਂ ਲੱਗਦਾ ਸੀ ਕਿ ਕੋਈ ਜਾਦੂ ਹੋਵੇਗਾ। ਐਂਡ ਸ਼ੀ ਵੁੱਡ ਟੇਕ ਹਰ ਨੈਪ ਲਾਈਕ ਐਨ ਇਨਫੈਂਟ ਆਫ 2, ਅਤੇ ਉਹ ਕੀ ਹੈ ਇੱਕ 2 ਸਾਲ ਦੇ ਬੱਚੇ ਦੀ ਤਰ੍ਹਾਂ ਕੀ ਹੈ ਇੱਕ ਝਪਕੀ ਲੈ ਲਵੇਗੀ ਅਤੇ ਸੌਂ ਜਾਵੇਗੀ। ਇਸ ਤਰ੍ਹਾਂ ਬਿਲਕੁਲ ਨਹੀਂ ਲੱਗ ਰਿਹਾ ਸੀ, ਕਿਉਂਕਿ ਉਸਦਾ ਚਿਹਰਾ ਕੀ ਹੈ ਸੂਰਜ ਦੀ ਧੁੱਪ ਵਿੱਚ ਬਿਲਕੁਲ ਚਮਕ ਰਿਹਾ ਸੀ ਅਤੇ ਉਹ ਐਨਰਜੈਟਿਕ ਲੱਗ ਰਹੀ ਸੀ। ਹਰ ਬ੍ਰਦਰ ਬੌਬੀ ਵਾਜ਼ 2, ਉਸਦਾ ਭਰਾ ਬੌਬੀ 2 ਸਾਲ ਦਾ ਸੀ। ਐਂਡ ਆਲਰੇਡੀ ਸਲੀਪ ਵਿਦ ਹਿਜ਼ ਬੋਟਲ, ਜੈਕ ਆਸਕਡ, ਹੁਣ ਅੱਗੇ ਕੀ ਹੈ ਉਸਦਾ ਬੌਬੀ ਜੋ ਕੀ ਹੈ ਜੋ ਦਾ ਬ੍ਰਦਰ ਸੀ, ਉਹ ਕੀ ਹੈ ਪਹਿਲਾਂ ਹੀ ਕੀ ਹੈ ਉਹ ਸੌਂ ਚੁੱਕਾ ਸੀ, ਆਪਣੀ ਦੁੱਧ ਵਾਲੀ ਬੋਟਲ ਦੇ ਨਾਲ ਹੀ ਸੌਂ ਚੁੱਕਾ ਸੀ। ਜੈਕ ਆਸਕਡ ਹੂ ਸ਼ੈਲ ਦਾ ਸਟੋਰੀ ਬੀ ਅਬਾਊਟ ਟੂਡੇ, ਅੱਜ ਫਿਰ ਕਿਸ ਦੀ ਕਹਾਣੀ ਤੁਸੀਂ ਸੁਣਨੀ ਹੈ। ਆਪਣੀ ਬੇਟੀ ਨੂੰ ਜੈਕ ਪੁੱਛ ਰਿਹਾ ਜੋ ਨੂੰ ਕਿ ਅੱਜ ਕਿਸ ਦੀ ਕਹਾਣੀ ਸੁਣੋਗੇ। ਰੋਜਰ, ਜੋ ਕੀ ਕਹਿੰਦੀ ਹੈ ਰੋਜਰ, ਸਕੀਜ਼ਡ ਹਰ ਆਈਜ਼, ਅੱਖਾਂ ਬੰਦ ਕਰ ਲੈਂਦੀ ਹੈ ਜੋ। ਸ਼ਟ ਐਂਡ ਸਮਾਈਲ ਟੂ ਬੀ ਥਿੰਕਿੰਗ ਸ਼ੀ ਵਾਜ਼ ਥਿੰਕਿੰਗ, ਜਿਸ ਤਰ੍ਹਾਂ ਬੱਚੇ ਛੋਟੇ ਛੋਟੇ ਹੈ ਨਾ ਅੱਖਾਂ ਬੰਦ ਕਰਕੇ ਉਹ ਕੁਝ ਸੋਚ ਰਹੇ ਹੁੰਦੇ ਆ, ਤੇ ਐਸੇ ਤਰ੍ਹਾਂ ਹੀ ਕੀ ਹੈ ਜੋ ਵੀ ਅੱਖਾਂ ਬੰਦ ਕਰਕੇ ਉਸਦੇ ਚਿਹਰੇ ਤੇ ਥੋੜੀ ਜਿਹੀ ਸਮਾਈਲ ਵੀ ਹੈ ਅਤੇ ਸੋਚ ਰਹੀ ਹੈ। ਤੇ ਸੋਚਦੇ ਸੋਚਦੇ ਕੀ ਕਹਿੰਦੀ ਹੈ ਰੋਜਰ, ਹਰ ਆਈਜ਼ ਓਪਨਡ, ਫਿਰ ਕੀ ਆ ਉਹ ਆਪਣੀਆਂ ਅੱਖਾਂ ਖੋਲਦੀ ਹੈ। ਹਰ ਮਦਰਜ਼ ਬਲੂ, ਅਤੇ ਉਸਦੀਆਂ ਅੱਖਾਂ ਬਿਲਕੁਲ ਆਪਣੀ ਮਦਰ ਦੇ ਵਾਂਗ ਨੀਲੀਆਂ ਹਨ। ਸਕੰਕ ਸ਼ੀ ਸੈਡ ਫੇਮਲੀ, ਪੂਰੇ ਫੇਮਲੀ ਤਰੀਕੇ ਦੇ ਨਾਲ, ਪੂਰੇ ਪੱਕੇ ਤਰੀਕੇ ਦੇ ਨਾਲ ਉਹ ਕੀ ਕਹਿੰਦੀ ਹੈ ਸਕੰਕ, ਰੋਜਰ ਸਕੰਕ। ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਹਰ ਵਾਰ ਕੀ ਹੁੰਦਾ ਸੀ, ਰੋਜਰ ਤਾਂ ਉਸ ਸਟੋਰੀ ਦੇ ਵਿੱਚ ਜੋ ਮੇਨ ਕਰੈਕਟਰ ਹੁੰਦਾ ਸੀ ਰੋਜਰ ਤਾਂ ਉਸਦੇ ਮੂਹਰੇ ਲੱਗਦਾ ਹੀ ਸੀ, ਪਿੱਛੇ ਕਦੇ ਰੋਜਰ ਸਕਰਲ ਹੋ ਜਾਂਦਾ, ਕਦੇ ਕੁਝ ਹੋਰ ਹੋ ਜਾਂਦਾ। ਤੇ ਅੱਜ ਜੋ ਕੀ ਕਹਿ ਰਹੀ ਹੈ ਮੈਂ ਕਿਸ ਦੀ ਕਹਾਣੀ ਸੁਣਨੀ ਹੈ, ਰੋਜਰ ਸਕੰਕ ਦੀ। ਅ ਨਿਊ ਐਨੀਮਲ, ਇੱਕ ਨਵਾਂ ਐਨੀਮਲ ਹੈ ਇਹ। ਦੇ ਮਸਟ ਟਾਕ ਅਬਾਊਟ ਸਕੰਕਸ ਐਟ ਨਰਸਰੀ ਸਕੂਲ, ਹੁਣ ਜੈਕ ਕੀ ਸੋਚ ਰਿਹਾ ਹੈ ਉਹ ਜ਼ਰੂਰ, ਯਾਨੀ ਕਿ ਜੋ ਸਕੂਲ ਵਿੱਚ ਟੀਚਰਸ ਹਨ ਉਹ ਜ਼ਰੂਰ ਕੀ ਹੈ ਜੋ ਦੇ ਨਰਸਰੀ ਸਕੂਲ ਦੇ ਵਿੱਚ ਜੋ ਟੀਚਰਸ ਹਨ ਉਹ ਸਕੰਕਸ ਬਾਰੇ ਗੱਲਾਂ ਕਰਦੇ ਹੋਣਗੇ, ਇਸੇ ਲਈ ਅੱਜ ਜੋ ਹੈ ਜੋ ਉਹ ਰੋਜਰ ਸਕੰਕ ਦੀ ਸਟੋਰੀ ਸੁਣਨਾ ਚਾਹੁੰਦੀ ਹੈ। Having a fresh hero momentarily steered Jack to creative enthusiasm, ਹੁਣ ਇੱਕ ਨਵਾਂ ਹੀਰੋ ਉਸ ਦੀ ਸਟੋਰੀ ਦੇ ਵਿੱਚ ਆ ਗਿਆ ਹੈ ਤੇ ਹੁਣ ਜੈਕ ਨੂੰ ਵੀ ਥੋੜਾ ਜਿਹਾ ਮੁਸ਼ਕਲ ਲੱਗ ਰਿਹਾ ਹੈ। ਉਹ ਇੱਕ ਪਲ ਦੇ ਲਈ ਕੀ ਆ ਉਹ ਹਿਲ ਜੇ ਜਾਂਦਾ ਹੈ, ਸੋਚਣਾ ਸ਼ੁਰੂ ਕਰ ਦਿੰਦਾ ਹੈ ਸਟੋਰੀ ਸਟਾਰਟ ਕਰਨ ਤੋਂ ਪਹਿਲਾਂ। ਉਸ ਦੇ ਵਿੱਚ ਕੀ ਹੈ ਇੱਕ ਐਨਰਜੀ ਜੀ ਆ ਜਾਂਦੀ ਹੈ, ਥੋੜਾ ਜਿਹਾ ਐਨਰਜੈਟਿਕ ਹੋ ਕੇ ਉਹ ਤਿਆਰ ਹੋ ਜਾਂਦਾ ਹੈ ਸਟੋਰੀ ਸੁਣਾਉਣ ਦੇ ਲਈ। ਆਲ ਰਾਈਟ ਹੀ ਸੈਡ, ਉਸਨੇ ਕੀ ਕਿਹਾ ਚਲੋ ਠੀਕ ਹੈ। ਵਨਸ ਅਪੋਨ ਅ ਟਾਈਮ, ਸਟਾਰਟ ਕਰ ਦਿੰਦਾ ਹੈ ਜੈਕ ਸਟੋਰੀ ਸੁਣਾਉਣੀ। ਇੱਕ ਵਾਰ ਦੀ ਗੱਲ ਹੈ, ਇਨ ਦਾ ਡੀਪ ਡਾਰਕ ਵੁੱਡਸ, ਬਹੁਤ ਹੀ ਸੰਘਣੇ ਜੰਗਲਾਂ ਦੇ ਵਿੱਚ, ਦੇਅਰ ਵਾਜ਼ ਅ ਟਾਈਨੀ ਲਿਟਲ ਕ੍ਰੀਚਰ, ਇੱਕ ਬਹੁਤ ਹੀ ਛੋਟਾ ਜਿਹਾ ਜੀਵ ਸੀ, ਬਾਈ ਦਾ ਨੇਮ ਆਫ ਰੋਜਰ ਸਕੰਕ, ਜਿਸ ਦਾ ਨਾਮ ਕੀ ਸੀ ਰੋਜਰ ਸਕੰਕ। ਐਂਡ ਹੀ ਸਮੈਲਡ ਵੈਰੀ ਬੈਡ, ਅਤੇ ਉਹ ਬਹੁਤ ਹੀ ਬੁਰੀ ਸਮੈਲ ਕਰਦਾ ਸੀ। ਯੈਸ, ਜੋ ਸੈਡ, ਜੋ ਹੁਣ ਪੂਰੀ ਤਰ੍ਹਾਂ ਐਨਰਜੈਟਿਕ ਹੈ, ਇਸ ਤਰ੍ਹਾਂ ਲੱਗ ਰਿਹਾ ਕਿ ਉਹ ਪੂਰੀ ਤਰ੍ਹਾਂ ਇੰਟਰਸਟ ਨਾਲ ਸਟੋਰੀ ਸੁਣ ਰਹੀ ਹੈ। ਤੇ ਕੀ ਕਹਿੰਦੀ ਹੈ ਯੈਸ, ਹਾਂ। He smelled so bad that none of the other little woodland creatures would play with him.
ਅੱਗੇ ਸਟੋਰੀ ਨੂੰ ਕੰਟੀਨਿਊ ਕਰਦੇ ਹੋਏ ਜੈਕ ਕੀ ਕਹਿੰਦਾ ਹੈ, ਅਤੇ ਉਹ ਇੰਨੀ ਬੈਡ ਸਮੈਲ ਦਿੰਦਾ ਸੀ ਕਿ ਜੰਗਲ ਦੇ ਵਿੱਚ ਹੋਰ ਕੋਈ ਵੀ ਜੀਵ, ਕੋਈ ਵੀ ਜੋ ਜਾਨਵਰ ਸਨ ਉਸਦੇ ਨਾਲ ਨਹੀਂ ਖੇਡਦੇ ਸੀ। ਜੋ ਲੁਕਡ ਐਟ ਹਿਮ ਸੋਲੇਮਨਲੀ। ਹੁਣ ਜੋ ਹੈ ਜੋ ਉਸਨੂੰ ਆਪਣੇ ਡੈਡੀ ਦੇ ਵੱਲ ਕੀ ਹੈ, ਥੋੜਾ ਜਿਹਾ ਸੀਰੀਅਸ ਹੋ ਕੇ ਦੇਖਦੀ ਹੈ। ਸੋਲੇਮਨਲੀ ਕੀ ਹੁੰਦਾ, ਸੀਰੀਅਸ ਹੋ ਕੇ ਜੋ ਉਸਦੇ ਵੱਲ ਦੇਖਦੀ ਹੈ, ਕਿਉਂਕਿ ਉਸਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਕੋਈ ਵੀ ਜੀਵ ਉਸ ਰੋਜਰ ਸਕੰਕ ਦੇ ਨਾਲ ਨਹੀਂ ਖੇਡਦਾ ਸੀ। ਹੁਣ ਥੋੜੀ ਜਿਹੀ ਦੁਖੀ ਹੋਣ ਲੱਗ ਜਾਂਦੀ ਹੈ ਜੋ। ਸ਼ੀ ਹੈਡ ਨਾਟ ਫੋਰਸੀਨ ਦਿਸ। ਜੋ ਨੇ ਇਸ ਤਰ੍ਹਾਂ ਸੋਚਿਆ ਹੀ ਨਹੀਂ ਸੀ ਕਿ ਅੱਗੇ ਸਟੋਰੀ ਦੇ ਵਿੱਚ ਇਹ ਆਵੇਗਾ। whenever he would go out to play, ਜਦ ਵੀ ਉਹ ਬਾਹਰ ਖੇਡਣ ਦੇ ਲਈ ਜਾਂਦਾ ਸੀ, ਜੈਕ ਕੰਟੀਨਿਊਡ ਵਿਦ ਜੈਸਟ। ਜੈਕ ਆਪਣੀ ਸਟੋਰੀ ਨੂੰ ਪੂਰੀ ਤਰ੍ਹਾਂ ਉਤਸ਼ਾਹ ਦੇ ਨਾਲ ਚਾਲੂ ਰੱਖਦਾ ਹੈ ਤੇ ਕੀ ਕਹਿੰਦਾ ਹੈ, ਜਦ ਵੀ ਉਹ ਜੋ ਰੋਜਰ ਸਕੰਕ ਸੀ ਖੇਡਣ ਦੇ ਲਈ ਬਾਹਰ ਜਾਂਦਾ ਸੀ, ਰਿਮੈਂਬਰਿੰਗ ਸਰਟਨ ਹਿਊਮਿਲਾਈਸ਼ਨ। ਹੁਣ ਇਸ ਤਰ੍ਹਾਂ ਲੱਗਦਾ ਹੈ ਆਫ ਹਿਜ਼ ਓਨ ਚਾਈਲਡਹੁੱਡ, ਇਸ ਤਰ੍ਹਾਂ ਲੱਗਦਾ ਹੈ ਕਿ ਜੈਕ ਆਪਣੇ ਬਚਪਨ ਦੇ ਵਿੱਚ, ਆਪਣੇ ਚਾਈਲਡਹੁੱਡ ਦੇ ਵਿੱਚ ਜੋ ਉਸਨੂੰ ਕੋਈ ਹਿਊਮਿਲਾਈਏਸ਼ਨਸ ਸਹਿਣ ਕਰਨੀਆਂ ਪਈਆਂ ਹੋਣਗੀਆਂ, ਕੁਝ ਬੇਇੱਜ਼ਤੀਆਂ ਸਹਿਣ ਕਰਨੀਆਂ ਪਈਆਂ ਹੋਣਗੀਆਂ, ਸ਼ਾਇਦ ਉਹਨਾਂ ਨੂੰ ਯਾਦ ਕਰ ਰਿਹਾ ਸੀ। all of the other tiny animals would cry। ਸਾਰੇ ਜੋ ਛੋਟੇ ਛੋਟੇ ਜੀਵ ਜੰਤੂ ਹੁੰਦੇ ਉਹ ਰੋਣਾ ਸਟਾਰਟ ਕਰ ਦਿੰਦੇ। oh here comes Roger stinky skunk। ਇਸ ਤਰ੍ਹਾਂ ਕਰਦੇ ਹੋ, ਉਹਨਾਂ ਦਾ ਵਿਵਹਾਰ ਕਿਸ ਤਰ੍ਹਾਂ ਹੁੰਦਾ, ਉਹ ਕੀ ਕਹਿੰਦੇ, ਸਟਿੰਕੀ ਸਕੰਕ ਕੀ ਹੁੰਦਾ, ਬਹੁਤ ਹੀ ਜ਼ਿਆਦਾ ਸਮੈਲ ਕਰਨ ਵਾਲਾ। ਤੇ ਉਹ ਕੀ ਕਹਿੰਦੇ, ਉਹ ਸਮੈਲ ਕਰਨ ਵਾਲਾ ਸਟਿੰਕੀ ਸਕੰਕ ਫੇਰ ਆ ਗਿਆ। ਐਂਡ ਦੇ ਵੁੱਡ ਰਨ ਅਵੇ, ਅਤੇ ਉਹ ਕੀ ਹੈ, ਦੌੜ ਜਾਂਦੇ। ਐਂਡ ਰੋਜਰ ਸਕੰਕ ਵੁੱਡ ਸਟੈਂਡ ਦੇਅਰ ਆਲ ਅਲੋਨ, ਅਤੇ ਜੋ ਰੋਜਰ ਸਕੰਕ ਸੀ ਉੱਥੇ ਕੀ ਹੈ, ਬਿਲਕੁਲ ਇਕੱਲਾ ਖੜਾ ਰਹਿੰਦਾ। ਐਂਡ ਟੂ ਲਿਟਲ ਰਾਉਂਡ ਟੀਅਰਸ ਵੁੱਡ ਫਾਲ ਫਰੋਮ ਹਿਜ਼ ਆਈਜ਼, ਅਤੇ ਦੋ ਛੋਟੇ ਛੋਟੇ ਕੀ ਹੈ, ਗੋਲ ਹੰਝੂ ਉਸਦੀਆਂ ਅੱਖਾਂ ਦੇ ਵਿੱਚੋਂ ਹੇਠਾਂ ਡਿੱਗ ਪੈਂਦੇ। The corners of Joe's mouth drooped down। ਜੋ ਦੇ ਜੋ ਮੂੰਹ ਦੇ ਕਾਰਨਰ ਹੁੰਦੇ ਆ, ਆਪਣੇ ਲਿਪਸ ਹੁੰਦੇ ਆ, ਉਸਦੇ ਕਾਰਨਰ ਹੁੰਦੇ ਆ, ਉਹ ਕੀ ਆ, ਹੇਠਾਂ ਡਿੱਗਣੇ ਸ਼ੁਰੂ ਹੋ ਜਾਂਦੇ ਹਨ। ਐਂਡ ਹਰ ਲੋਅਰ ਲਿਪ ਬੈਂਟ ਫਾਰਵਰਡ, ਅਤੇ ਉਸਦਾ ਜੋ ਹੇਠਲਾ ਬੁੱਲ ਹੈ ਉਹ ਕੀ ਆ, ਅੱਗੇ ਨੂੰ ਵਧਿਆ ਆਉਂਦਾ ਹੈ। ਜਿਸ ਤਰ੍ਹਾਂ ਛੋਟੇ ਬੱਚੇ ਰੋਣਾ ਸਟਾਰਟ ਕਰ ਦਿੰਦੇ ਹਨ, ਬੁੱਲ ਜੇ ਸੁੱਟ ਲੈਂਦੇ ਆ ਹੇਠਾਂ, ਇਸ ਤਰ੍ਹਾਂ ਜੋ ਦਾ ਚਿਹਰਾ ਹੋ ਜਾਂਦਾ ਹੈ ਇਹ ਸਟੋਰੀ ਸੁਣ ਕੇ ਕਿ ਕੋਈ ਵੀ ਜੀਵ ਉਸਦੇ ਨਾਲ, ਕੋਈ ਵੀ ਜਾਨਵਰ ਉਸਦੇ ਨਾਲ ਨਹੀਂ ਖੇਡਦਾ ਸੀ, ਉਸਦਾ ਮਜ਼ਾਕ ਬਣਾਉਂਦੇ ਸੀ, ਸਟਿੱਕੀ ਸਕੰਕ ਉਸਨੂੰ ਕਹਿੰਦੇ ਸੀ। ਇਹ ਸੁਣ ਕੇ ਜੋ ਦਾ ਕੀ ਹੈ, ਚਿਹਰਾ ਥੋੜਾ ਜਿਹਾ ਕੀ ਹੈ, ਆਪਣੇ ਬੁੱਲ ਜੇ ਬਾਹਰ ਦੇ ਹੇਠਲਾ ਬੁੱਲ ਉਹ ਬਾਹਰ ਸਿੱਟਣ ਲੱਗ ਜਾਂਦੀ ਹੈ, ਅਤੇ ਉਸਦੇ ਜੋ ਚਿਹਰੇ ਦੇ ਕਾਰਨਰ ਹਨ ਉਹ ਵੀ ਕੀ ਹੈ, ਹੇਠਾਂ ਡਿੱਗਣੇ, ਡਰੂਪਿੰਗ ਡਾਊਨ ਕੀ ਹੁੰਦਾ, ਹੇਠਾਂ ਨੂੰ ਡਿੱਗਣੇ ਜੇ ਸਟਾਰਟ ਹੋ ਜਾਂਦੇ ਹਨ। ਐਜ਼ he traced with the forefinger along the side of her nose the course of one of Roger Skunk's tears। ਜੈਕ ਹੁਣ ਕੀ ਕਰਦਾ ਹੈ, ਜੋ ਦੇ ਚਿਹਰੇ ਦੇ ਉੱਪਰ ਕੀ ਹੈ, ਆਪਣੀ ਫੋਰਫਿੰਗਰ ਦੇ ਨਾਲ, ਫੋਰਫਿੰਗਰ ਕੀ ਹੁੰਦੀ ਹੈ, ਅੰਗੂਠੇ ਅਤੇ ਲੰਮੀ ਉਂਗਲ ਦੇ ਵਿਚਕਾਰ ਦੀ ਜੋ ਉਂਗਲ ਹੁੰਦੀ ਹੈ ਉਸਨੂੰ ਫੋਰਫਿੰਗਰ ਕਹਿੰਦੇ ਹਨ। ਜੈਕ ਕੀ ਕਰਦਾ ਹੈ, ਆਪਣੀ ਫੋਰਫਿੰਗਰ ਦੇ ਨਾਲ ਉਸਦੇ ਚਿਹਰੇ ਦੇ ਉੱਪਰ, ਨੋਜ਼ ਦੇ ਕੋਲ ਇੱਕ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਰੋਜਰ ਸਕੰਕ ਦੇ ਹੰਝੂ ਨਿਕਲੇ ਹੋਣਗੇ, ਇੱਕ ਨਿਸ਼ਾਨ ਜਿਹਾ ਬਣਾ ਦਿੰਦਾ ਹੈ। ਜਿਸ ਤਰ੍ਹਾਂ ਬੱਚਿਆਂ ਦੇ ਚਿਹਰੇ ਦੇ ਉੱਤੇ ਇਹ ਇੱਕ ਉਂਗਲ ਜੀ ਉਸਦੇ ਚਿਹਰੇ ਤੇ ਲਗਾ ਕੇ ਨਾ ਉਹ ਹੰਝੂ ਦਾ ਨਿਸ਼ਾਨ ਜਿਹਾ ਬਣਾ ਦਿੰਦਾ ਹੈ। ਵੁੱਡ ਨਾਟ ਹੀ ਸੀ ਦਾ ਆਲ। ਹੁਣ ਜੋ ਕੁਐਸਚਨ ਕਰਦੀ ਹੈ ਕਿ ਉਹ ਆਲ ਦੇ ਕੋਲ ਮਿਲ ਨਹੀਂ ਜਾਵੇਗਾ, ਕਿਉਂਕਿ ਜੋ ਹੁਣ ਕੀ ਹੈ, ਬਹੁਤ ਜ਼ਿਆਦਾ ਸਟੋਰੀ ਦੇ ਵਿੱਚ ਇੰਟਰਸਟਡ ਹੈ, ਅਤੇ ਉਹ ਪੁੱਛ ਰਹੀ ਹੈ ਕਿ ਅੱਗੇ ਇਸ ਸਟਿੱਕੀ ਸਕੰਕ ਜਿਸ ਨੂੰ ਕਹਿ ਰਹੇ ਹਨ, ਸਕੰਕ ਰੋਜਰ ਸਕੰਕ ਸੀ, ਉਸਦਾ ਫੇਰ ਕੀ ਹੋਵੇਗਾ, ਕਿ ਉਹ ਵਾਈਸ ਆਲ ਦੇ ਕੋਲ ਨਹੀਂ ਜਾਵੇਗਾ। ਉਸਨੂੰ ਯਾਦ ਸੀ ਨਾ ਕਿ ਉਸ ਤੋਂ ਅੱਗੇ ਉਸਨੇ ਵਾਈਸ ਆਲ ਕੋਲ ਜਾਣਾ ਹੈ, ਹੁਣ ਉਸ ਕੋਲ ਨਹੀਂ ਜਾਵੇਗਾ। ਪੁੱਛਦੀ ਹੈ, ਸ਼ੀ ਆਸਕਡ ਇਨ ਅ ਹਾਈ ਐਂਡ ਫੇਂਟਲੀ ਰਾਉਂਡ ਵੌਇਸ। ਉਹ ਬਹੁਤ ਹੀ ਇੱਕ ਮੱਧਮ ਜਿਹੀ ਆਵਾਜ਼ ਵਿੱਚ ਅਤੇ ਉੱਚੀ ਅਤੇ ਮੱਧਮ ਜਿਹੀ ਆਵਾਜ਼ ਵਿੱਚ ਪੁੱਛਦੀ ਹੈ ਕਿ ਉਹ ਹੁਣ ਵਾਈਸ ਆਲ ਕੋਲ ਨਹੀਂ ਜਾਵੇਗਾ। ਸਿਟਿੰਗ ਔਨ ਦਾ ਬੈਡ ਬਿਸਾਈਡ ਹਰ, ਜੈਕ ਫੈਲਟ ਦਾ ਕਵਰਸ ਟਗ। ਜੈਕ ਉਸਦੇ ਕੋਲ ਹੀ ਇੱਕ ਬੈੱਡ ਦੀ ਸਾਈਡ ਉੱਪਰ ਹੀ ਬੈਠਾ ਸੀ, ਅਤੇ ਉਹ ਕੀ ਫੀਲ ਕਰਦਾ ਹੈ ਜੈਕ, ਕਿ ਜੋ ਕਵਰ ਹੈ ਉਸਦੇ ਬੈੱਡ ਦੇ ਉੱਪਰ, ਜੋ ਚਾਦਰ ਹੈ, ਕਵਰ ਜ਼ੈਡ, ਟਗ ਕੀ ਹੁੰਦਾ ਹੈ, ਖਿੱਚਦੇ ਹੋਏ ਮਹਿਸੂਸ ਕਰਦਾ ਹੈ। ਐਜ਼ ਹਰ ਲੈਗਸ ਸਵਿਚ ਟੈਂਸਲੀ। ਹੁਣ ਕਿਉਂਕਿ ਉਸਦੀਆਂ ਲੱਤਾਂ ਹਨ ਜੋ ਸਵਿਚਡ ਕੀ ਹੁੰਦੀਆਂ, ਜਦੋਂ ਪੋਜੀਸ਼ਨ ਚੇਂਜ ਕਰਦੇ ਆ ਨਾ ਆਪਾਂ, ਟੈਂਸਲੀ ਕੀ ਆ, ਤਣਾਅ ਦੇ ਵਿੱਚ, ਕਿਉਂਕਿ ਜੋ ਬਹੁਤ ਤਣਾਅ ਦੇ ਵਿੱਚ ਲੱਗ ਰਹੀ ਹੈ ਹੁਣ, ਤੇ ਆਪਣੀਆਂ ਲੱਤਾਂ ਜੀਆਂ ਉਹ ਕੀ ਹੈ, ਸਿੱਧੀਆਂ ਕਰ ਰਹੀ ਹੈ,
बड़ी टेंशन विच है। ही वॉज प्लीज्ड विद दिस मूवमेंट। ਹੁਣ जो जैक है वो इस पल ਦੇ ਕਰਕੇ ਥੋੜਾ ਜਿਹਾ ਖੁਸ਼ ਵੀ ਮਹਿਸੂਸ ਹੋ ਰਿਹਾ ਹੈ, ਕਿਉਂਕਿ ਉਹ ਕੀ ਹੈ, ਸੰਤੁਸ਼ਟੀ ਮਹਿਸੂਸ ਕਰ ਰਿਹਾ ਜੈਕ। ਸੰਤੁਸ਼ਟੀ ਕਿਉਂ ਮਹਿਸੂਸ ਕਰ ਰਿਹਾ ਹੈ? ਹੀ ਵਾਸ ਟੈਲਿੰਗ ਹਰ ਸਮਥਿੰਗ ਟਰੂ, ਕਿਉਂਕਿ ਉਹ ਕੀ ਹੈ, ਉਸਨੂੰ ਕੁਝ ਸੱਚ ਦੱਸ ਰਿਹਾ ਸੀ। ਸਮਥਿੰਗ ਸ਼ੀ ਮਸਟ ਨੋ, ਜੋ ਉਸਨੂੰ ਜ਼ਰੂਰ ਜਾਣਨਾ ਚਾਹੀਦਾ ਸੀ। ਇਸ ਤਰ੍ਹਾਂ ਕੀ ਹੈ ਵੀ ਉਹ ਆਪਣੇ ਬਚਪਨ ਦਾ ਕੋਈ ਸ਼ਾਇਦ ਮੂਵਮੈਂਟ ਯਾਦ ਕਰ ਰਿਹਾ ਹੈ ਤੇ ਆਪਣੀ ਬੇਟੀ ਨੂੰ ਦੱਸਣਾ ਚਾਹੁੰਦਾ ਹੈ ਕਿ ਕਿਵੇਂ ਫੀਲ ਹੁੰਦਾ ਹੈ ਇਸ ਤਰ੍ਹਾਂ ਜਦ ਹੋਰ ਬੱਚੇ ਕਿਸੇ ਨੂੰ ਪਰੇਸ਼ਾਨ ਕਰਦੇ ਹਨ। ਸ਼ਾਇਦ ਜੈਕ ਨੂੰ ਵੀ ਬਚਪਨ ਵਿੱਚ ਇਸ ਤਰ੍ਹਾਂ ਤੰਗ ਕੀਤਾ ਗਿਆ ਹੋਵੇ। ਜੈਕ ਨੇ ਸ਼ਾਇਦ ਕੁਝ ਹਿਊਮਿਲਾਈਜੇਸ਼ਨਸ ਫੀਲ ਕੀਤੀਆਂ ਹੋਣਗੀਆਂ ਤੇ ਉਹੀ ਕੀ ਹੈ, ਉਹ ਹੁਣ ਆਪਣੀ ਬੇਟੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਉਹ ਕੀ ਸਮਝ ਰਿਹਾ ਹੈ ਕਿ ਇਸ ਨੂੰ ਵੀ ਜ਼ਰੂਰ ਇਹ ਜਾਣਨਾ ਚਾਹੀਦਾ ਹੈ। ਐਂਡ ਹੈਡ ਨੋ ਵਿਸ਼ ਟੂ ਹਰੀ ਔਨ, ਅਤੇ ਜੈਕ ਨੂੰ ਬਿਲਕੁਲ ਵੀ ਕਾਹਲੀ ਨਹੀਂ ਸੀ ਅੱਗੇ ਆਪਣੀ ਸਟੋਰੀ ਨੂੰ ਤੇਜ਼ੀ ਨਾਲ ਅੱਗੇ ਲਗਾਉਣ ਦੀ। ਬਟ ਡਾਊਨਸਟੇਅਰ ਅ ਚੇਅਰ ਸਕ੍ਰੈਪਡ, ਪਰ ਪੌੜੀਆਂ ਤੋਂ ਹੇਠਾਂ ਇੱਕ ਚੇਅਰ ਦੇ ਖਿੱਚਣ ਦੀ ਆਵਾਜ਼ ਆਉਂਦੀ ਹੈ। ਸਕ੍ਰੈਪਡ ਕੀ ਹੁੰਦਾ? ਕੁਝ ਖੁਰਚਣਾ, ਖਿੱਚਣਾ। ਐਂਡ ਹੀ ਰਿਅਲਾਈਜ਼ਡ ਹੀ ਮਸਟ ਗੈਟ ਡਾਊਨ ਟੂ ਹੈਲਪ ਕਲੀਅਰ, ਅਤੇ ਹੁਣ ਜੈਕ ਕੀ ਮਹਿਸੂਸ ਕਰਦਾ ਹੈ ਕਿ ਉਸਨੂੰ ਹੇਠਾਂ ਜਾਣਾ ਚਾਹੀਦਾ ਹੈ, ਕਲੀਅਰ ਦੇ ਕੋਲ ਜਾਣਾ ਚਾਹੀਦਾ ਹੈ, ਕਲੀਅਰ ਦੀ ਹੈਲਪ ਕਰਨ। ਕਲੀਅਰ ਕੌਣ ਹੈ? ਇੱਕ ਨਵਾਂ ਪਾਤਰ ਹੁਣ ਆਪਣੀ ਸਟੋਰੀ ਵਿੱਚ ਐਂਟਰ ਹੋ ਗਿਆ। ਇਹ ਹੈ ਜੋ ਦੀ ਮਦਰ ਅਤੇ ਜੈਕ ਦੀ ਵਾਈਫ। ਪੇਂਟ ਦਾ ਲਿਵਿੰਗ ਰੂਮ ਵੁੱਡਵਰਕ, ਹੇਠਾਂ ਕਲੀਅਰ ਕੀ ਕਰ ਰਹੀ ਹੈ? ਕੋਈ ਪੇਂਟਿੰਗ ਵਗੈਰਾ ਕਰ ਰਹੀ ਹੈ ਲਿਵਿੰਗ ਰੂਮ ਦੇ ਵਿੱਚ, ਉਸਦੇ ਵੁੱਡ ਵਰਕ ਉੱਤੇ ਪੇਂਟਿੰਗ ਕਰ ਰਹੀ ਹੈ ਤੇ ਜੈਕ ਕੀ ਫੀਲ ਕਰ ਰਿਹਾ ਹੈ ਕਿ ਉਸਨੂੰ ਕਲੀਅਰ ਦੀ ਹੈਲਪ ਕਰਨ ਦੇ ਲਈ ਹੇਠਾਂ ਜਾਣਾ ਚਾਹੀਦਾ ਹੈ। ਵੈਲ ਹੀ ਵਾਕਡ ਅਲੋਂਗ ਵੈਰੀ ਸੈਡਲੀ ਐਂਡ ਕੇਮ ਟੂ ਅ ਵੈਰੀ ਬਿਗ ਟਰੀ। ਜੈਕ ਆਪਣੀ ਸਟੋਰੀ ਕੰਟੀਨਿਊ ਰੱਖਦਾ ਹੈ ਤੇ ਕੀ ਕਹਿੰਦਾ ਹੈ ਕਿ ਉਹ ਬੜਾ ਹੀ ਹੌਲੀ ਹੌਲੀ ਇੱਕ ਦਰਖਤ ਦੇ ਕੋਲ ਆ ਜਾਂਦਾ ਹੈ, ਬਹੁਤ ਵੱਡੇ ਦਰਖਤ ਦੇ ਕੋਲ ਆ ਜਾਂਦਾ ਹੈ। ਕੌਣ? ਜੋ ਰੋਜਰ ਸਕੰਕ ਹੈ। ਹੀ ਕਿਸ ਨੂੰ ਕਿਹਾ ਗਿਆ? ਰੋਜਰ ਸਕੰਕ ਨੂੰ। ਉਹ ਇੱਕ ਵੱਡੇ ਦਰਖਤ ਕੋਲ ਆ ਜਾਂਦਾ ਹੈ। ਐਂਡ ਇਨ ਦਾ ਟਿਪ ਟੌਪ ਆਫ ਦਾ ਟਰੀ, ਟਿਪ ਟੌਪ ਕੀ ਹੁੰਦਾ ਹੈ? ਟਿਪ ਪੋਜੀਸ਼ਨ ਪੋਰਸ਼ਨ ਹੁੰਦਾ ਨਾ, ਜੋ ਬਿਲਕੁਲ ਸਿਖਰ ਉੱਤੇ, ਅਤੇ ਉਸ ਦਰਖਤ ਦੇ ਸਿਖਰ ਉੱਤੇ ਵਾਜ਼ ਐਨ ਇਨੋਰਮਸ ਵਾਈਸ ਆਊਲ, ਅਤੇ ਉਸਦੇ ਸਿਖਰ ਦੇ ਉੱਤੇ ਬਹੁਤ ਹੀ ਵੱਡਾ ਇੱਕ ਸਿਆਣਾ ਉੱਲੂ ਰਹਿੰਦਾ ਸੀ। ਗੁੱਡ, ਹੁਣ ਵੇਖੋ ਜੋ ਖੁਸ਼ ਹੋ ਜਾਂਦੀ ਹੈ ਕੀ ਕਹਿੰਦੀ ਹੈ? ਗੁੱਡ, ਬਹੁਤ ਵਧੀਆ। ਮਿਸਟਰ ਆਊਲ, ਰੋਜਰ ਸਕੰਕ ਸੈਡ। ਰੋਜਰ ਸਕੰਕ ਕੀ ਬੋਲਦਾ ਹੈ ਉੱਥੇ ਜਾ ਕੇ? ਮਿਸਟਰ ਆਊਲ, all the other little animals run away from me, ਸਾਰੇ ਛੋਟੇ ਜੀਵ ਮੇਰੇ ਤੋਂ ਦੂਰ ਭੱਜ ਜਾਂਦੇ ਹਨ। because I smell so bad, ਕਿਉਂਕਿ ਮੈਂ ਬਹੁਤ ਜ਼ਿਆਦਾ ਬੁਰੀ ਸਮੈਲ ਕਰਦਾ ਹਾਂ। so you do, ਤੇ ਆਉਲ ਨੇ ਵੀ ਉਸਨੂੰ ਕੀ ਕਹਿ ਦਿੱਤਾ? ਉਹ ਤਾਂ ਤੁਸੀਂ ਕਰਦੇ ਹੀ ਹੋ। the owl said, very very bad, ਬਹੁਤ ਬਹੁਤ ਬੁਰੀ ਸਮੈਲ ਤੁਸੀਂ ਕਰਦੇ ਹੋ। what can I do, ਮੈਂ ਕੀ ਕਰ ਸਕਦਾ ਹਾਂ? ਰੋਜਰ ਸਕੰਕ said, and he cried very hard, ਰੋਜਰ ਸਕੰਕ ਰੋਣਾ ਸਟਾਰਟ ਕਰ ਦਿੰਦਾ ਹੈ ਤੇ ਕੀ ਕਹਿੰਦਾ ਹੈ ਕਿ ਮੈਂ ਫਿਰ ਇਸ ਵਿੱਚ ਕੀ ਕਰ ਸਕਦਾ ਹਾਂ? the wizard, ਜੋ ਸ਼ਾਊਟਡ। ਹੁਣ ਕੀ ਹੈ? ਜੋ ਚਿਲਾਉਣਾ ਸਟਾਰਟ ਕਰ ਦਿੰਦੀ ਹੈ, ਆਪਣੇ ਬੈੱਡ ਉੱਪਰ ਬੈਠੀ ਹੀ ਚਲਾਉਣਾ ਸਟਾਰਟ ਕਰ ਦਿੰਦੀ ਹੈ ਤੇ ਕੀ ਕਹਿੰਦੀ ਹੈ? ਵਿਜ਼ਰਡ ਵਿਜ਼ਰਡ, ਕਿਉਂਕਿ ਜੋ ਵੀ ਚਾਹੁੰਦੀ ਹੈ ਕਿ ਜੋ ਵਿਜ਼ਰਡ ਹੈ, ਉਹ ਜਾਦੂਗਰ ਹੈ, ਉਹ ਕੀ ਹੈ? ਹੈਲਪ ਕਰੇ। ਵਿਜ਼ਰਡ ਵਿਜ਼ਰਡ, ਜਾਦੂਗਰ ਜਾਦੂਗਰ, ਇਸ ਤਰ੍ਹਾਂ ਬੋਲਦੀ ਹੈ। ਜੋ ਸ਼ਾਊਟਡ, ਚਿਲਾਈ। ਐਂਡ ਸੈਟ ਰਾਈਟ ਅਪ, ਅਤੇ ਬਿਲਕੁਲ ਕੀ ਹੈ ਉੱਥੇ ਉਹ ਬੈਠ ਜਾਂਦੀ ਹੈ ਬੈੱਡ ਉੱਪਰ, ਕਿਉਂਕਿ ਵਾਈਸ ਆਲ ਨੇ ਕੀ ਹੈ? ਇੱਕ ਜਾਦੂਗਰ ਕੋਲੇ ਉਸਨੂੰ ਭੇਜਣਾ ਹੈ। ਤੇ ਹੁਣ ਇਹ ਕੀ ਚਿੱਲਾ ਰਹੀ ਹੈ? ਜਿਵੇਂ ਇਹ ਆਪ ਹੀ ਦੱਸਣਾ ਚਾਹੁੰਦੀ ਹੋਵੇ ਰੋਜਰ ਸਕੰਕ ਨੂੰ ਕਿ ਉਹ ਵਿਜ਼ਰਡ ਕੋਲ ਚਲਾ ਜਾਵੇ। ਬੈਠ ਜਾਂਦੀ ਹੈ ਬੈੱਡ ਉੱਪਰ। ਅ ਲਿਟਲ ਗੋਲਡਨ ਬੁੱਕ ਸਪਿਲਡ ਫਰੋਮ ਦਾ ਬੈੱਡ, ਇੱਕ ਉੱਥੇ ਗੋਲਡਨ ਬੁੱਕ ਸੀ ਜੋ ਕੀ ਹੈ ਬੈੱਡ ਦੇ ਉੱਪਰੋਂ ਹੇਠਾਂ ਡਿੱਗ ਪੈਂਦੀ ਹੈ। ਤੇ ਅੱਗੇ ਜੈਕ ਕਿਸ ਤਰ੍ਹਾਂ ਬੋਲਦਾ ਹੈ ਉਸਨੂੰ? ਨਾਓ ਜੋ, ਡੈਡੀ ਇਜ਼ ਟੈਲਿੰਗ ਦਾ ਸਟੋਰੀ, ਡੈਡੀ ਤੈਨੂੰ ਸਟੋਰੀ ਸੁਣਾ ਰਹੇ ਹਨ। ਡੂ ਯੂ ਵਾਂਟ ਟੂ ਟੈਲ ਡੈਡੀ ਦਾ ਸਟੋਰੀ, ਕੀ ਹੁਣ ਤੂੰ ਡੈਡੀ ਨੂੰ ਸਟੋਰੀ ਸੁਣਾਉਣਾ ਚਾਹੁੰਦੀ ਹੈ? ਨੋ ਯੂ ਮੀ, ਨਹੀਂ ਨਹੀਂ ਤੁਸੀਂ ਮੈਨੂੰ ਸੁਣਾਓ। ਇਸ ਤਰ੍ਹਾਂ ਫਿਰ ਕੀ ਆ ਉਹ ਆਪਣੀ ਮਿਸਟੇਕ ਫੀਲ ਕਰਦੀ ਹੈ ਤੇ ਕੀ ਕਹਿੰਦੀ ਹੈ? ਨਹੀਂ ਨਹੀਂ ਤੁਸੀਂ ਹੀ ਮੈਨੂੰ ਸੁਣਾਓ। ਦੈਨ ਲਾਈ ਡਾਊਨ ਐਂਡ ਬੀ ਸਲੀਪੀ, ਤਾਂ ਲੇਟ ਜਾ ਫਿਰ ਅਤੇ ਸੌਣ ਦੀ ਕੋਸ਼ਿਸ਼ ਕਰ। ਹਰ ਹੈਡ ਰਿਲੈਕਸਡ ਔਨ ਟੂ ਦਾ ਪਿੱਲੋ, ਉਸਦਾ ਜੋ ਸਿਰ ਹੈ ਉਹ ਕੀ ਹੈ? ਪਿੱਲੋ ਉੱਤੇ ਉਹ ਬਿਲਕੁਲ ਆਪਣੇ ਸਿਰ ਨੂੰ ਟਿਕਾ ਲੈਂਦੀ ਹੈ। ਐਂਡ ਸ਼ੀ ਸੈਡ, ਅਤੇ ਕੀ ਕਹਿੰਦੀ ਹੈ? ਆਊਟ ਆਫ ਯੂਰ ਹੈਡ, ਨਹੀਂ ਨਹੀਂ ਤੁਸੀਂ ਹੀ ਮੈਨੂੰ ਸਟੋਰੀ ਸੁਣਾਓ। ਵੈਲ, ਠੀਕ ਹੈ। the owl thought and thought, ਆਲ ਨੇ ਕੀ ਹੈ ਫਿਰ ਬਹੁਤ ਜ਼ਿਆਦਾ ਸੋਚਿਆ। at last he said, ਆਖਿਰ ਵਿੱਚ ਉਸਨੇ ਕੀ ਕਿਹਾ? why don't you go see the wizard,
ਫਿਰ ਤੂੰ ਇੱਕ ਵਿਜ਼ਰਡ ਨੂੰ ਮਿਲਣ ਕਿਉਂ ਨਹੀਂ ਜਾਂਦਾ, ਜਾਦੂਗਰ ਦੇ ਕੋਲ ਕਿਉਂ ਨਹੀਂ ਜਾਂਦਾ? ਹੁਣ ਆਉਲ ਉਸਨੂੰ ਦੱਸ ਰਿਹਾ ਕਿ ਤੂੰ ਜਾਦੂਗਰ ਕੋਲ ਚਲਾ ਜਾ। ਡੈਡੀ ਵਿਚਾਲਿਓਂ ਫੇਰ ਜੋ ਬੋਲ ਪੈਂਦੀ ਹੈ, ਡੈਡੀ ਵਟ, ਹੁਣ ਕੀ ਹੈ? ਜੋ ਕਿ ਅੱਗੇ ਕਹਿੰਦਾ ਵਟ, ਹੁਣ ਕੀ ਹੈ? ਆਰ ਮੈਜਿਕ ਸਪੈਲਸ ਰੀਅਲ, ਕੀ ਇਹ ਮੈਜਿਕ ਸਪੈਲਸ ਜੋ ਹੁੰਦੇ ਹਨ, ਇਹ ਮੰਤਰ ਵਗੈਰਾ ਹੁੰਦੇ ਹਨ, ਕੀ ਇਹ ਸੱਚ ਹੁੰਦੇ ਹਨ? ਕਿਉਂਕਿ ਜੋ ਨੂੰ ਯਾਦ ਸੀ ਕਿ ਵਿਜ਼ਰਡ ਮੈਜਿਕ ਮੰਤਰ ਬੋਲਦਾ ਸੀ, ਪਹਿਲਾਂ ਹੀ ਪਤਾ ਸੀ ਜੋ ਨੂੰ। ਇਸ ਤਰ੍ਹਾਂ ਅੱਗੇ ਵਿਜ਼ਰਡ ਦੇ ਕੋਲ ਜਾਂਦਾ ਸੀ ਰੋਜਰ ਸਕੰਕ, ਹਰ ਇੱਕ ਸਟੋਰੀ ਵਿੱਚ ਹੀ ਐ ਹੁੰਦਾ ਸੀ। ਤੇ ਕੀ ਪੁੱਛ ਲੈਂਦੀ ਆ ਉਹ ਕਿ ਜੋ ਇਹ ਮੈਜਿਕ ਸਪੈਲਸ ਹੁੰਦੇ ਹਨ ਇਹ ਰੀਅਲ ਹੁੰਦੇ ਹਨ? ਦਿਸ ਵਾਜ਼ ਅ ਨਿਊ ਫੇਜ਼, ਇਹ ਕੀ ਸੀ? ਇੱਕ ਨਵੀਂ ਸਿਚੁਏਸ਼ਨ ਸੀ। ਜਸਟ ਦਿਸ ਲਾਸਟ ਮੰਥ, ਅਤੇ ਇਹ ਪਿਛਲੇ ਮਹੀਨੇ ਹੀ ਸਟਾਰਟ ਹੋਈ ਸੀ ਕਿ ਜੋ ਨੇ ਹੁਣ ਇਸ ਤਰ੍ਹਾਂ ਕੁਐਸਚਨ ਕਰਨੇ ਸਟਾਰਟ ਕਰ ਦਿੱਤੇ ਸੀ। ਆ ਰਿਐਲਿਟੀ ਫੇਜ਼, ਇੱਕ ਸੱਚਾਈ ਵਾਲਾ ਇਹ ਕੀ ਸੀ, ਸਿਚੁਏਸ਼ਨ ਸੀ। ਵੈਨ ਹੀ ਟੋਲਡ ਹਰ ਸਪਾਈਡਰਸ ਈਟ ਬਗਸ, ਜਦੋਂ ਇੱਕ ਵਾਰ ਜੋ ਨੇ ਜੈਕ ਨੇ ਉਸਨੂੰ ਦੱਸਿਆ ਸੀ ਕਿ ਜੋ ਸਪਾਈਡਰਸ ਹੁੰਦੇ ਆ ਉਹ ਬਗਸ ਨੂੰ ਖਾ ਜਾਂਦੇ ਹਨ। ਸ਼ੀ ਟਰਨ ਟੂ ਹਰ ਮਦਰ ਐਂਡ ਆਸਕਡ, ਫਿਰ ਉਹ ਆਪਣੀ ਮਦਰ ਕੋਲ ਗਈ ਸੀ ਅਤੇ ਆਪਣੀ ਮਦਰ ਨੂੰ ਵੀ ਇਸ ਬਾਰੇ ਪੁੱਛਿਆ ਸੀ ਕਿ ਸੱਚਮੁੱਚ ਸਪਾਈਡਰਸ ਬਗਸ ਨੂੰ ਖਾ ਜਾਂਦੇ ਹਨ? ਡੂ ਦੇ ਰੀਅਲੀ, ਕਿ ਸੱਚਮੁੱਚ ਇਸ ਤਰ੍ਹਾਂ ਹੀ ਹੁੰਦਾ ਹੈ? ਐਂਡ ਵੈਨ ਕਲੀਅਰ ਟੋਲਡ ਹਰ ਗੋਡ ਵਾਜ਼ ਇਨ ਦਾ ਸਕਾਈ ਐਂਡ ਆਲ ਅਰਾਊਂਡ them, ਅਤੇ ਜਦ ਕਲੀਅਰ ਨੇ, ਉਸਦੀ ਮਦਰ ਨੇ ਉਸਨੂੰ ਕਹਿ ਦਿੱਤਾ ਸੀ ਕਿ ਗੋਡ ਇਹਨਾਂ ਸਾਰਿਆਂ ਦੇ ਆਸੇ-ਪਾਸੇ ਹੀ ਹੈ ਅਤੇ ਇਹਨਾਂ ਸਭ ਨੂੰ ਉਹ ਦੇਖਦਾ ਹੈ। ਗੋਡ ਵਾਜ਼ ਇਨ ਦਾ ਸਕਾਈ, ਆਕਾਸ਼ ਵਿੱਚ ਹੈ, ਐਂਡ ਆਲ ਅਰਾਊਂਡ them, ਅਤੇ ਇਹਨਾਂ ਸਾਰਿਆਂ ਦੇ ਦੁਆਲੇ ਹੈ। ਸ਼ੀ ਟਰਨ ਟੂ ਹਰ ਫਾਦਰ, ਫਿਰ ਉਹ ਆਪਣੇ ਡੈਡੀ ਕੋਲ ਗਈ ਸੀ। ਐਂਡ ਇਨਸਿਸਟਡ, ਅਤੇ ਇਸ ਗੱਲ ਉੱਤੇ ਕੀ ਹੈ, ਉਹ ਅੜ ਗਈ ਸੀ। ਵਿਦ ਅ ਸਲਾਈ ਜੈਟ ਈਗਰ ਸਮਾਈਲ, ਅਤੇ ਥੋੜੀ ਜੀ ਸਲਾਈ ਕੀ ਹੈ, ਇੱਕ ਸ਼ੈਤਾਨੀ ਜੀ ਵਾਲੀ ਅਤੇ ਉਤਾਵਲੀ ਜੀ ਸਮਾਈਲ ਦੇ ਵਿੱਚ ਉਸਨੇ ਕੀ ਹੈ ਆਪਣੇ ਡੈਡੀ ਨੂੰ ਪੁੱਛਿਆ ਸੀ, ਇਜ਼ ਹੀ ਰੀਅਲੀ, ਕੀ ਇਹ ਸੱਚਮੁੱਚ ਹੈ? ਐਸੇ ਤਰ੍ਹਾਂ ਹੀ ਹੁੰਦਾ ਹੈ? ਇਸ ਤਰ੍ਹਾਂ ਜੇ ਉਸਦੇ ਡੈਡੀ ਉਸਨੂੰ ਕੋਈ ਗੱਲ ਕਹਿੰਦੇ ਤਾਂ ਉਹ ਕਲੀਅਰ ਕਰਨ ਦੇ ਲਈ ਮਦਰ ਕੋਲ ਜਾਂਦੀ, ਅਤੇ ਜੇ ਮਦਰ ਉਸਨੂੰ ਕੋਈ ਗੱਲ ਕਹਿੰਦੀ ਤਾਂ ਉਹ ਕਲੀਅਰ ਕਰਨ ਦੇ ਲਈ ਡੈਡੀ ਕੋਲ ਚਲੀ ਜਾਂਦੀ। ਦੇ ਆਰ ਰੀਅਲ ਇਨ ਸਟੋਰੀਜ਼, ਇਹ ਸਟੋਰੀ ਦੇ ਵਿੱਚ ਹੀ ਸੱਚ ਹੁੰਦਾ ਹੈ। ਜੈਕ ਆਨਸਰਡ ਕਰਟਲੀ, ਜੈਕ ਨੇ ਕੀ ਹੈ ਥੋੜਾ ਜਿਹਾ ਹੀ ਆਨਸਰ ਦਿੱਤਾ, ਜ਼ਿਆਦਾ ਵਿਸਤਾਰ ਵਿੱਚ ਨਹੀਂ ਦੱਸਿਆ, ਬਸ ਇਹ ਸਟੋਰੀ ਦੇ ਵਿੱਚ ਹੁੰਦਾ ਹੈ। ਸ਼ੀ ਹੈਡ ਮੇਡ ਹਿਮ ਮਿਸ ਅ ਬੀਟ ਇਨ ਦਾ ਨੈਰੇਟਿਵ, ਹੁਣ ਉਸਨੇ ਕੀ ਹੈ, ਜੋ ਨੇ ਜੈਕ ਨੂੰ ਕੀ ਹੈ ਥੋੜਾ ਜਿਹਾ ਵਿੱਚੋਂ ਫਲੋ ਉਸਦਾ ਤੋੜ ਦਿੱਤਾ ਸੀ ਜੈਕ ਦਾ ਸਟੋਰੀ ਵਿੱਚੋਂ। ਦਾ ਆਊਲ ਸੈਡ, ਆਊਲ ਨੇ ਕੀ ਕਿਹਾ, ਗੋ ਥਰੂ ਦਾ ਡਾਰਕ ਵੁੱਡਸ, ਸਟੋਰੀ ਫਿਰ ਸਟਾਰਟ ਹੋ ਜਾਂਦੀ ਹੈ। ਆਊਲ ਨੇ ਕੀ ਕਿਹਾ ਸੀ ਉਸਨੂੰ, ਗੋ ਥਰੂ ਦਾ ਡਾਰਕ ਵੁੱਡਸ, ਸੰਘਣੇ ਜੰਗਲਾਂ ਵਿੱਚ ਦੀ ਜਾਓ। ਅੰਡਰ ਦਾ ਐਪਲ ਟਰੀਜ਼, ਐਪਲ ਦੇ ਟਰੀਜ਼ ਦੇ ਥੱਲੇ ਦੀ ਜਾਓ। ਇਨਟੂ ਦਾ ਸਵੈਮ, ਦਲਦਲ ਦੇ ਵਿੱਚ ਦੀ ਜਾਓ। ਓਵਰ ਦਾ ਕ੍ਰਿਕ, ਕ੍ਰਿਕ ਦੇ ਉੱਪਰ। ਵਟ ਇਜ਼ ਅ ਕ੍ਰਿਕ, ਕ੍ਰਿਕ ਕੀ ਹੁੰਦਾ ਹੈ? ਇੱਕ ਹੋਰ ਕੁਐਸਚਨ ਜੋ ਹੁਣ ਕਰ ਦਿੰਦੀ ਹੈ, ਕ੍ਰਿਕ ਕੀ ਹੁੰਦਾ ਹੈ? ਅ ਲਿਟਲ ਰੀਵਰ, ਜੈਕ ਹੀ ਉਸਨੂੰ ਕਹਿੰਦਾ ਅ ਲਿਟਲ ਰੀਵਰ, ਇੱਕ ਛੋਟੀ ਨਦੀ। ਓਵਰ ਦਾ ਕ੍ਰੈਕ ਐਂਡ ਦੇਅਰ ਵਿਲ ਬੀ ਦਾ ਵਿਜ਼ਰਡਸ ਹਾਊਸ, ਸਟੋਰੀ ਸਟਾਰਟ ਰੱਖਦਾ ਹੈ ਜੈਕ ਓਵਰ ਦਾ ਕ੍ਰਿਕ, ਕ੍ਰਿਕ ਦੇ ਉੱਪਰ ਦੀ, ਐਂਡ ਦੇਅਰ ਵਿਲ ਬੀ ਅ ਵਿਜ਼ਰਡਸ ਹਾਊਸ, ਅਤੇ ਉੱਥੇ ਉਸ ਜਾਦੂਗਰ ਦਾ ਘਰ ਹੋਵੇਗਾ। ਐਂਡ ਦੈਟ ਇਜ਼ ਦਾ ਵੇ ਰੋਜਰ ਸਕੰਕ ਵੈਂਟ, ਅਤੇ ਇਹੀ ਰਸਤਾ ਸੀ ਜਿੱਥੋਂ ਦੀ ਕੀ ਹੈ, ਇੱਕੋ ਇੱਕ ਰਸਤਾ ਸੀ ਜਿੱਥੋਂ ਦੀ ਰੋਜਰ ਸਕੰਕ ਗਿਆ। ਐਂਡ ਪ੍ਰੀਟੀ ਸੂਨ ਹੀ ਕੇਮ ਟੂ ਅ ਲਿਟਲ ਵਾਈਟ ਹਾਊਸ, ਅਤੇ ਜਲਦੀ ਹੀ ਉਹ ਇੱਕ ਛੋਟੇ ਜਿਹੇ ਵਾਈਟ ਹਾਊਸ ਦੇ ਕੋਲ ਪਹੁੰਚ ਗਿਆ ਸੀ। ਐਂਡ ਹੀ ਰੈਪਡ ਔਨ ਦਾ ਡੋਰ, ਰੈਪਡ ਕੀ ਹੁੰਦਾ ਹੈ? ਖੜਕਟਾਹਟ ਕਰਨੀ, ਖੜਕਾਉਣਾ, ਅਤੇ ਉੱਥੇ ਜਾ ਕੇ ਉਸਨੇ ਰੋਜਰ ਸਕੰਕ ਨੇ ਕੀ ਕੀਤਾ, ਦਰਵਾਜ਼ੇ ਨੂੰ ਖੜਕਾਇਆ। ਜੈਕ ਰੈਪਡ ਔਨ ਦਾ ਵਿੰਡੋ ਸਿਲ, ਜੈਕ ਨੇ ਵੀ ਵਿੰਡੋ ਸਿਲ ਦੇ ਉੱਪਰ ਉਸਨੂੰ ਖੜਕਾ ਕੇ ਦਿਖਾਇਆ। ਜਿਸ ਤਰ੍ਹਾਂ ਆਪਣੀ ਵਿੰਡੋ ਦੇ ਨਾਲ ਇੱਕ ਥੋੜੀ ਜਿਹੀ ਸਪੇਸ ਹੁੰਦੀ ਹੈ ਜਿੱਥੇ ਆਪਾਂ ਕੁਝ ਰੱਖ ਵੀ ਦਿੰਦੇ ਹਾਂ ਕਈ ਵਾਰ, ਤੇ ਉਸਦੇ ਉੱਪਰ ਉਸੇ ਤਰ੍ਹਾਂ ਹੀ ਕੀ ਹੈ, ਜੈਕ ਨੇ ਉਸਨੂੰ ਇੱਕ ਟੈਪਿੰਗ ਕਰਕੇ ਦਿਖਾਈ, ਖੜਕਾ ਕੇ ਦਿਖਾਇਆ ਕਿ ਇਸ ਤਰ੍ਹਾਂ ਰੋਜਰ ਸਕੰਕ ਨੇ ਉਸ ਵਿਜ਼ਰਡ ਦਾ ਦਰਵਾਜ਼ਾ ਖੜਕਾਇਆ। ਐਂਡ ਅੰਡਰ ਦਾ ਕਵਰਸ, ਅਤੇ ਉਸ ਚਾਦਰ ਦੇ ਹੇਠਾਂ ਜੋਜ਼ ਟਾਲ ਫਿਗਰ ਕਲੈਸਡ ਇਨ ਐਨ ਇਨਫੈਂਟਾਈਲ ਥ੍ਰਿਲ, ਅਤੇ ਉਸ ਚਾਦਰ ਦੇ ਹੇਠਾਂ ਜੋ ਜੋ ਦਾ ਟਾਲ ਫਿਗਰ ਸੀ, ਇੱਕ ਲੰਮਾ ਸਰੀਰ ਸੀ। ਹੁਣ ਕੀ ਹੈ, ਜੋ ਕਾਫੀ ਲੰਮੀ ਵੀ ਹੋ ਚੁੱਕੀ ਸੀ। ਉਹ ਕੀ ਹੁੰਦਾ ਹੈ, ਇੱਕ ਬਿਲਕੁਲ ਬਹੁਤ ਹੀ ਉਹ ਸਿੰਗੜ ਜੇ ਜਾਂਦਾ ਹੈਗਾ, ਬਹੁਤ ਉਸ ਵਿੱਚ ਇੱਕ ਅਕੜਨ ਜੀ ਆ ਜਾਂਦੀ ਹੈ। ਇਨ ਐਨ ਇਨਫੈਂਟਰੀ ਥ੍ਰਿਲ, ਅਤੇ ਬਹੁਤ ਜ਼ਿਆਦਾ ਉਹ ਕੀ ਹੈ ਰੋਮਾਂਚਿਤ ਜੀ ਹੋ ਜਾਂਦੀ ਹੈ, ਇੱਕ ਜਗੜਨ ਉਸਦੇ ਸਰੀਰ ਵਿੱਚ ਆ ਜਾਂਦੀ ਹੈ, ਜਿਵੇਂ ਇੱਕ ਬੱਚਾ ਡਰ ਜਾਂਦਾ ਨਾ, ਇਸ ਤਰ੍ਹਾਂ ਹੋ ਜਾਂਦੀ ਹੈ। ਐਂਡ ਦੈਨ ਏ ਟਾਈਨੀ ਲਿਟਲ ਓਲਡ ਮੈਨ ਕੇਮ ਆਊਟ, ਅਤੇ ਫਿਰ ਕੀ ਹੈ, ਇੱਕ ਛੋਟਾ ਜਿਹਾ ਬੁੱਢਾ ਆਦਮੀ ਬਾਹਰ ਆਉਂਦਾ ਹੈ।
with a long white beard, ਉਸਦੀ ਲੰਮੀ ਲੰਮੀ ਕੀ ਹੈ ਚਿੱਟੀ ਦਾੜੀ ਸੀ। ਜਿਸ ਤਰ੍ਹਾਂ ਤੁਸੀਂ ਇਸ ਵਿੱਚ ਵੇਖੋਗੇ ਵਿਜ਼ਰਡ ਦੇਖੋਗੇ, ਆਪਣੀ ਇਸ ਦਿੱਤੀ ਹੋਈ ਹੈ ਇੱਕ ਤਸਵੀਰ ਵਿਜ਼ਰਡ ਦੀ ਦਿੱਤੀ ਹੋਈ ਹੈ ਜਿਸ ਦੀ ਕੀ ਹੈ ਲੰਮੀ ਲੰਮੀ ਦਾੜੀ ਹੈ, ਵਾਈਟ ਉਸਦੇ ਦਾੜੀ ਹੈ, ਉਸ ਦੇ ਬਾਰੇ ਦੱਸ ਰਿਹਾ ਹੈ। ਐਂਡ ਪੁਆਇੰਟਡ ਬਲੂ ਹੈਡ, ਅਤੇ ਉਸਦਾ ਕੀ ਹੈ ਇੱਕ ਪੁਆਇੰਟਡ ਉੱਤੋਂ ਤਿੱਖਾ ਕੀ ਹੈ ਇੱਕ ਉਸਨੇ ਹੈਟ ਲਿਆ ਹੋਇਆ ਸੀ। ਐਂਡ ਸੈਡ, ਅਤੇ ਉਹ ਕੀ ਬੋਲਿਆ ਰੋਜਰ ਸਕੰਕ ਨੂੰ, ਇਹ ਵਾਟ ਇਜ਼ what do you want, ਤੁਸੀਂ ਕੀ ਚਾਹੁੰਦੇ ਹੋ। ਇਸ ਤਰ੍ਹਾਂ ਜਿਸ ਤਰ੍ਹਾਂ ਕੀ ਹੈ ਇੱਕ ਓਲਡ ਮੈਨ ਬੋਲਦੇ ਹਨ, ਇਸ ਤਰ੍ਹਾਂ ਉਸਨੂੰ ਉਹ ਜੋ ਰੋਜਰ ਸਕੰਕ ਨੂੰ ਬੋਲਿਆ what is what do you want, you smell awful, ਤੁਸੀਂ ਬਹੁਤ ਹੀ ਗੰਦੀ ਸਮੈਲ ਦਿੰਦੇ ਹੋ। The wizard's voice was one of Jack's own favorite effects, ਜੋ ਵਿਜ਼ਰਡ ਦੀ ਆਵਾਜ਼ ਕੱਢਣਾ ਸੀ ਨਾ, ਜੈਕ ਦਾ ਕੀ ਹੈ ਇਹ ਬਹੁਤ ਹੀ ਜੈਕ ਨੂੰ ਬੜੇ ਫੇਵਰਟ ਸੀ, ਉਸਦਾ ਬਹੁਤ ਵਧੀਆ ਲੱਗਦਾ ਸੀ ਵਿਜ਼ਰਡ ਦੀ ਆਵਾਜ਼ 'ਚ ਬੋਲਣਾ। ਇਸ ਤਰ੍ਹਾਂ ਜੈਕ ਬੋਲਦਾ ਹੈ। He did it by scrunching up his face, ਆਪਣੇ ਚਿਹਰੇ ਨੂੰ ਥੋੜਾ ਜਿਹਾ ਸੁਕੋੜ ਕੇ ਜੇ ਉਹ ਬੋਲਦਾ ਸੀ। and somehow winning through his eyes, ਅਤੇ ਆਪਣੀਆਂ ਅੱਖਾਂ ਨੂੰ ਵੀ ਉਹ ਕੀ ਹੈ ਉਸੇ ਸਟਾਈਲ ਦੇ ਵਿੱਚ, ਜਿਸ ਤਰ੍ਹਾਂ ਇੱਕ ਕਈ ਵਾਰ ਬਜ਼ੁਰਗ ਗੁੱਸੇ ਦੇ ਵਿੱਚ ਬੋਲਦੇ ਹਨ what do you want, ਆਪਣੀਆਂ ਅੱਖਾਂ ਦਾ ਵੀ ਸਟਾਈਲ ਉਹ ਉਸੇ ਤਰ੍ਹਾਂ ਹੀ ਕਰ ਲੈਂਦਾ ਜੈਕ। which felt for the interval rooming, ਅਤੇ ਕਈ ਵਾਰ ਕੀ ਹੈ ਉਸਦੀਆਂ ਅੱਖਾਂ ਦੇ ਵਿੱਚੋਂ ਇਸ ਤਰ੍ਹਾਂ ਪਾਣੀ ਵੀ ਨਿਕਲਣਾ ਸਟਾਰਟ ਹੋ ਜਾਂਦਾ। He felt being an old man suited him, ਉਹ ਕੀ ਮਹਿਸੂਸ ਕਰਦਾ ਸੀ ਕਿ ਇਸ ਤਰ੍ਹਾਂ ਇੱਕ ਓਲਡ ਮੈਨ ਦੇ ਵਾਂਗ ਬੋਲਣਾ ਉਸਨੂੰ ਸੂਟ ਕਰਦਾ ਸੀ। I know it, Roger Skunk said, ਮੈਂ ਇਹ ਜਾਣਦਾ ਹਾਂ, ਰੋਜਰ ਸਕੰਕ ਨੇ ਕਿਹਾ। and all the little animals run away from me, ਮੈਂ ਜਾਣਦਾ ਹਾਂ ਕਿ ਮੈਂ ਬਹੁਤ ਗੰਦੀ ਸਮੈਲ ਦਿੰਦਾ ਹਾਂ, ਰੋਜਰ ਸਕੰਕ ਨੇ ਕਿਹਾ, ਅਤੇ ਸਾਰੇ ਜਾਨਵਰ ਮੇਰੇ ਤੋਂ ਕੀ ਆ ਦੂਰ ਦੌੜ ਜਾਂਦੇ ਹਨ। The enormous voice was said, ਜੋ ਬਹੁਤ ਹੀ ਵੱਡਾ ਸਿਆਣਾ ਉੱਲੂ ਸੀ, ਫਿਰ ਉਹ ਕੀ ਬੋਲਦਾ ਹੈ you could help me, ਉਸਨੂੰ ਕੀ ਵਾਇਸ enormous all ਨੂੰ ਕੀ ਕਹਿੰਦਾ ਹੈ ਰੋਜਰ ਸਕੰਕ ਕਿ ਸਿਰਫ ਹੁਣ ਤੁਸੀਂ ਹੀ ਮੇਰੀ ਸਹਾਇਤਾ ਕਰ ਸਕਦੇ ਹੋ। Okay students, we will continue this chapter in our next video lecture. I hope you are understanding this story. Thanks.